ਸੁੱਕੇ ਜੰਗਲ ਨੂੰ ਕਿਤੇ ਕੁਝ ਅੱਗ ਫੜ ਜਾਏ ਤਾਂ ਫਿਰ ਉਹਨੂੰ ਬੁਝਾਉਣਾ ਬਹੁਤ ਜੋਖਮ ਭਰਿਆ ਹੁੰਦਾ, ਕੰਮ ਬੜਾ ਔਖਾ ਹੁੰਦਾ। ਇਹ ਹਾਲਾਤ ਹੀ ਮੈਨੂੰ ਅੱਜ ਬਣਦੇ ਸਾਡੇ ਦੇਸ਼ 'ਚ ਲੱਗ ਰਹੇ ਆ। ਜੈ ਹਿੰਦੂ ਰਾਸ਼ਟਰ, ਜੈ ਹਿੰਦੂ ਰਾਸ਼ਟਰ। ਸਭ ਤੋਂ ਦੁਖਦਾਈ ਪਤਾ ਗੱਲ ਕੀ ਹੈ ਗੁਰਦੀਪ, ਉਹ ਇਹ ਹੈ ਕਿ ਜਦੋਂ ਦੇਸ਼ ਦੇ ਹਾਲਾਤ ਤੁਸੀਂ ਇਹ ਮਹਿਸੂਸ ਕਰ ਰਹੇ, ਮੈਂ ਕਰ ਰਿਹਾ, ਬਹੁਤ ਸਾਰੇ ਲੋਕ ਧਾਹਾਂ ਮਾਰ ਮਾਰ ਕੇ ਕਹਿ ਰਹੇ ਆ ਭਾਈ ਪ੍ਰਧਾਨ ਮੰਤਰੀ ਜੀ ਦੇਸ਼ ਨੂੰ ਸਾਂਭੋ, ਪਾਰਲੀਮੈਂਟ ਨੂੰ ਸਾਂਭੋ। ਆਪਣਾ ਹੀ ਉਹਦਾ ਕਲੀਗ ASI RPF ਦਾ ਕਹਿੰਦਾ ਭਾਈ ਇੰਜ ਤੂੰ ਕਿਉਂ ਕਰਦਾ, ਕਾਹਨੂੰ ਆਪਾਂ ਛੇੜਨਾ, ਆਪਾਂ ਨੂੰ ਇਹ ਠੀਕ ਨਹੀਂ, ਸੋਭਦਾ ਨਹੀਂ, ਉਹਨੂੰ ਗੋਲੀ ਮਾਰਤੀ ਜੀ। ਔਰ ਉਹ ਜਿਹੜੇ 3 ਮੁਸਲਮਾਨ ਆ ਉਹਨਾਂ ਨੂੰ ਤਿੰਨਾਂ ਨੂੰ ਗੋਲੀ ਮਾਰ ਦਿੱਤੀ। ਪ੍ਰਧਾਨ ਮੰਤਰੀ ਜਾਂ ਹੋਰ ਸਾਡੇ ਸਾਂਸਦ ਜਿਹੜੇ ਆ ਉਹ ਇੰਨੇ ਜੈਨੂਅਨਲੀ ਧਾਰਮਿਕ ਹੈਗੇ ਆ ਕਿ ਉਹਨਾਂ ਨੂੰ ਰੱਬ ਦਾ ਡਰ ਆ, ਰਾਮ ਦਾ ਡਰ ਆ, ਰਹੀਮ ਦਾ ਡਰ ਆ, ਕੋਈ ਵੀ ਹੋਵੇ ਜੀ। ਪਰ ਜੇ ਤੁਸੀਂ ਧਰਮ ਨੂੰ ਵੀ ਇੱਕ ਪੈਟਰੋਲ ਦੀ ਤਰ੍ਹਾਂ, ਸੁੱਕੀ ਲੱਕੜ ਦੀ ਤਰ੍ਹਾਂ ਵਰਤ ਕੇ ਤੇ ਅੱਗ ਲਾਉਣ ਲਈ ਵਰਤਣਾ ਆ, ਫਿਰ ਉਹ ਧਰਮ ਤਾਂ ਨਹੀਂ ਆ, ਤੇ ਇੱਕ ਕਰਮ ਹੈਗਾ ਜੀ। ਅੱਜ ਦੀ ਤਰੀਕ ਦੇ ਵਿੱਚ ਸੱਤਾ ਦੇ ਭੋਖੜੇ ਨੇ, ਸੱਤਾ ਦੇ ਲਾਲਚ ਨੇ ਸਭ ਕਿਸ ਨੂੰ ਸਿੱਕੇ ਟੰਗ ਕੇ ਇੱਕੋ ਇੱਕ ਮਨਸਾ ਰੱਖਿਆ ਕਿ ਲੋਕਾਂ ਨੂੰ ਲਾਂਬੂ ਲੱਗ ਜਾਣ, ਲੋਕ ਆਪਸ ਵਿੱਚ ਮਰ ਜਾਣ, ਖੂਨ ਦੀਆਂ ਨਦੀਆਂ ਵਹਿ ਜਾਣ। ਪਰ ਸੱਤਾ ਆਉਣੀ ਚਾਹੀਦੀ ਹੈ, ਜਿਹੜਾ ਕਿ ਬਹੁਤ ਹੀ ਇੱਕ ਖਤਰਨਾਕ ਟ੍ਰੈਂਡ ਨਜ਼ਰ ਆ ਰਿਹਾ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ, ਤੁਸੀਂ ਦੇਖ ਰਹੇ ਹੋ ਕਾਂਸ਼ੀ ਟੀਵੀ। ਅੱਜ ਫੇਰ ਹਾਜ਼ਰ ਹਾਂ ਪ੍ਰੋਗਰਾਮ ਭਗਤ ਦੇ ਮਸਲੇ ਲੈ ਕੇ। ਅੱਜ ਸਾਡੇ ਨਾਲ ਚਰਚਾ ਲਈ ਹਾਜ਼ਰ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਪ੍ਰੋਫੈਸਰ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਦੀਪ ਜੀ। ਪ੍ਰੋਫੈਸਰ ਸਾਹਿਬ, ਜਿਵੇਂ ਦੇਖਿਆ ਕਿ ਆਪਾਂ 2-3 ਮਹੀਨਿਆਂ ਤੋਂ ਲਗਾਤਾਰ ਆਪਾਂ ਵੀ ਗੱਲ ਕਰ ਰਹੇ ਹਾਂ ਤੇ ਹੋਰ ਵੀ ਗੱਲ ਕਰ ਰਹੇ ਨੇ ਕਿ ਜਿਹੜੇ ਦੇਸ਼ ਦੇ ਹਾਲਾਤ ਹੁੰਦੇ ਜਾ ਰਹੇ ਨੇ, ਇਹ ਹੌਲੀ ਹੌਲੀ ਪੂਰੇ ਦੇਸ਼ ਵਿੱਚ ਹੋਣਗੇ। ਵੈਸੇ ਤਾਂ ਇਹ ਜਦੋਂ ਪਹਿਲੀ ਵਾਰ ਮੋਦੀ ਸਰਕਾਰ ਆਈ ਸੀ ਉਦੋਂ ਇਹ ਖਦਸ਼ੇ ਜ਼ਾਹਿਰ ਕੀਤੇ ਜਾਂਦੇ ਸੀ ਕਿ ਅਗਰ ਦੁਬਾਰਾ ਸਰਕਾਰ ਹੋਈ ਤਾਂ ਦੇਸ਼ ਦੇ ਵਿੱਚ ਗ੍ਰਹਿ ਯੁੱਧ ਵਾਲੇ ਹਾਲਾਤ ਹੋਣਗੇ। ਇਹ ਕਿਤੇ ਨਾ ਕਿਤੇ ਸਾਨੂੰ ਪਹਿਲਾਂ ਥੋੜਾ ਬਹੁਤਾ ਹਿੰਟ ਮਿਲਦੇ ਸੀ, ਹੁਣ ਤਾਂ ਸਾਡੇ ਸਾਹਮਣੇ ਪ੍ਰਤੱਖ ਦਿਖਣ ਲੱਗ ਗਿਆ। ਮਨੀਪੁਰ ਦੇ ਵਿੱਚ ਜੋ ਹਾਲ ਹੋ ਰਿਹਾ, ਮਨੀਪੁਰ ਤੋਂ ਬਾਅਦ ਆਪਾਂ ਕੱਲ੍ਹ ਦੀਆਂ 2 ਘਟਨਾਵਾਂ ਨੇ ਜਿਹੜੀਆਂ ਕੱਲ੍ਹ ਦੇ ਅਖਬਾਰਾਂ ਦੀਆਂ, ਉਹਨਾਂ ਵਿੱਚ ਦੇਖਿਆ ਕਿ ਇੱਕ ਨੂਹ ਦੇ ਵਿੱਚ ਜਿਹੜਾ ਮੁਸਲਿਮ ਤੇ ਬਜਰੰਗ ਦਲ ਵਾਲਿਆਂ ਦੇ ਵਿਚਕਾਰ ਇੱਕ ਝੜਪ ਹੋਈ ਆ। ਉਸ ਤੋਂ ਇਲਾਵਾ ਇੱਕ ਜਿਹੜੀ ਸਭ ਤੋਂ ਮੰਦਭਾਗੀ ਆ ਕਿ ਟ੍ਰੇਨ ਦੇ ਵਿੱਚ ਜਿਹੜੇ ਵਿਅਕਤੀ ਸਫ਼ਰ ਕਰ ਰਹੇ ਸੀ, RPF ਦੇ ਜਵਾਨ, ਤੇ ਉਹਨੇ ਆਪਣੇ ਹੀ ਨਾਲ ਦੇ ਜਿਹੜੇ ਜਵਾਨਾਂ ਨੂੰ ਉਹਨੇ ਮਾਰ ਦਿੱਤਾ। ਤੇ ਮਾਰਨ ਤੋਂ ਬਾਅਦ ਉਹਨੇ ਇੱਕ ਗੱਲ ਇਹ ਵੀ ਕਹੀ ਆ ਕਿ ਜੇ ਤੁਸੀਂ ਇੰਡੀਆ ਦੇ ਵਿੱਚ ਰਹਿਣਾ ਤਾਂ ਮੋਦੀ ਤੇ ਯੋਗੀ ਨੂੰ ਵੋਟ ਪਾਣੀ ਪਵੇਗੀ। ਇਹਦਾ ਮਤਲਬ ਕਿ ਉਹ ਕਿਤੇ ਨਾ ਕਿਤੇ ਜਿਹੜੀਆਂ ਹੇਟ ਸਪੀਚਸ ਨੇ, ਲੋਕ ਹਰ ਰੋਜ਼ ਜਿਹੜੇ ਸਾਡੇ ਨੇਤਾ ਹੈਗੇ ਨੇ ਜਿਹੜੇ ਹਿੰਦੂ ਰਾਸ਼ਟਰ ਦੀ ਮੰਗ ਕਰ ਰਹੇ ਨੇ, ਹਰ ਰੋਜ਼ ਉਹ ਲੋਕਾਂ ਦੇ ਦਿਮਾਗਾਂ ਦੇ ਵਿੱਚ ਕਿਸੇ ਨਾ ਕਿਸੇ ਜ਼ਰੀਏ ਨਾਲ ਭਰ ਰਹੇ ਨੇ ਕਿ ਹਿੰਦੂ ਰਾਸ਼ਟਰ ਆ, ਇੱਥੇ ਘੱਟ ਗਿਣਤੀਆਂ ਨਹੀਂ ਰਹਿ ਸਕਦੀਆਂ, ਦੇਸ਼ ਮੇਂ ਰਹਿਣਾ ਹੋਗਾ ਤਾਂ ਰਾਮ ਰਾਮ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਹਿਣਾ ਹੋਗਾ ਜਾਂ ਫਿਰ ਮੋਦੀ ਮੋਦੀ ਕਰਨਾ ਹੋਗਾ। ਤਾਂ ਪ੍ਰੋਫੈਸਰ ਸਾਹਿਬ, ਆਪਾਂ ਜਿਹੜੀ ਖਦਸ਼ਾ ਜ਼ਾਹਿਰ ਕਰ ਰਹੇ ਸੀ ਤੇ ਪਿਛਲੇ ਦਿਨਾਂ ਵਿੱਚ ਸਾਡੇ ਜਿਹੜੇ ਸਾਬਕਾ ਗਵਰਨਰ ਨੇ ਸਤਿਆਪਾਲ ਮਲਿਕ ਜੀ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਤੇ ਸ਼ਾਇਦ ਇਹ ਸੱਚ ਹੋ ਰਹੀ ਹੈ। ਪ੍ਰੋਫੈਸਰ ਸਾਹਿਬ, ਅੱਗੇ ਆਪਾਂ ਨੂੰ ਜਿਹੜੇ ਹਾਲਾਤ ਹੋਏ ਨੇ ਇਹਨਾਂ ਬਾਰੇ ਕੀ ਇਹਦੇ ਪਿੱਛੇ ਸੀ? ਗੁਰਦੀਪ, ਦੇਸ਼ ਦੇ ਅੰਦਰ ਸੱਚੀ ਹਾਲਾਤ ਬੜੇ ਭਿਆਨਕ ਤੇ ਵਿਸਫੋਟਕ ਬਣਦੇ ਜਾ ਰਹੇ ਆ। ਜਿਵੇਂ ਇੱਕ ਸੁੱਕੇ ਜੰਗਲ ਨੂੰ ਕਿਤੇ ਕੁਝ ਅੱਗ ਫੜ ਜਾਏ ਤਾਂ ਫਿਰ ਉਹਨੂੰ ਬੁਝਾਉਣਾ ਬਹੁਤ ਜੋਖਮ ਭਰਿਆ ਹੁੰਦਾ, ਕੰਮ ਬੜਾ ਔਖਾ ਹੁੰਦਾ। ਇਹ ਹਾਲਾਤ ਹੀ ਮੈਨੂੰ ਅੱਜ ਬਣਦੇ ਸਾਡੇ ਦੇਸ਼ 'ਚ ਲੱਗ ਰਹੇ ਆ। ਇਸ ਦੀ ਤਿਆਰੀ ਹੁਣੇ ਨਹੀਂ ਹੋਈ, ਜਦੋਂ ਇਹ ਸੱਤਾ 'ਚ ਆਏ ਉਦੋਂ ਨਹੀਂ ਹੋਈ। ਜਦੋਂ ਰੱਥ ਯਾਤਰਾ ਨਿਕਲੀ ਹੈ ਅਡਵਾਨੀ ਵਾਲੀ, ਉਦੋਂ ਤੋਂ ਇਹ ਤਿਆਰੀ ਸ਼ੁਰੂ ਸੀਗੀ। ਉਦੋਂ ਵੀ ਪਹਿਲਾਂ ਜਿਹੜੇ ਇਹਨਾਂ ਦੇ ਕਰਤਾ ਧਰਤਾ ਫਾਊਂਡਰ ਹੈਗੇ ਉਹ ਤੇ ਚਾਹੁੰਦੇ ਸੀ, ਜਿਵੇਂ ਆਜ਼ਾਦੀ ਤੋਂ ਪਹਿਲਾਂ ਵੀ ਹਿੰਦੂ ਮਹਾਸਭਾ ਜਾਂ ਉਹ ਸਾਰੇ, ਉਹ ਤੇ ਇੱਥੇ ਹਿੰਦੂ ਰਾਸ਼ਟਰ ਚਾਹੁੰਦੇ ਸੀ। ਉਹ ਗੱਲ ਅਲੱਗ ਹੈ ਕਿ ਕਾਂਗਰਸ ਦਾ ਜਿਹੜੀ ਸੈਕੂਲਰ ਫੋਰਸ ਸੀ ਕਾਂਗਰਸ ਵਿੱਚ, ਉਹਨਾਂ ਦਾ ਦਬਦਬਾ ਬਣਾ ਰਿਹਾ ਤੇ ਮਹਾਤਮਾ ਗਾਂਧੀ ਦੇ ਨਾਲ ਜਿਹੜਾ ਕਨਸਟੀਟਿਊਸ਼ਨ ਭੀਮ ਰਾਓ ਅੰਬੇਦਕਰ ਸਾਹਿਬ ਦੇ ਅਗਵਾਈ 'ਚ ਇੱਥੇ ਤੈਅ ਹੋਇਆ, ਫਾਈਨਲਾਈਜ਼ ਹੋਇਆ, ਉਹਦੇ ਵਿੱਚ ਇੱਕ ਧਰਮ ਨਿਰਪੱਖ ਦੇਸ਼ ਤੇ ਉਸ ਕਿਸਮ ਦੀ ਪਰਿਭਾਸ਼ਾ ਅਸੀਂ ਆਪਣੇ ਆਪ ਨੂੰ ਪਰਿਭਾਸ਼ਿਤ ਕੀਤਾ। ਪਰ ਅੰਦਰੋਂ ਅੰਦਰੀ ਇਹ ਪਾਰਟੀ ਜਿਹੜੀ ਜਾਂ ਇਹ ਸੋਚ ਜਿਹੜੀ ਰਾਈਟਿਸਟ ਕਿਸਮ ਦੇ, ਜਿਨ੍ਹਾਂ ਨੂੰ ਸੱਜੀਆਂ ਕਿਸਮ ਦੀਆਂ ਸ਼ਕਤੀਆਂ, ਐਕਸਟ੍ਰੀਮ ਸੱਜੇ ਵੀ ਇਹਨਾਂ 'ਚ ਹੈਗੇ ਆ, ਜਿਹੜੇ ਇੱਕ ਦਿਨ ਵੀ ਇਸ ਸੰਵਿਧਾਨ ਨੂੰ ਤੇ ਇਸ ਕਿਸਮ ਦੇ ਸੈਕੂਲਰ ਫੈਬਰਿਕ ਨੂੰ ਬਰਦਾਸ਼ਤ ਨਹੀਂ ਕਰਦੇ, ਉਹ ਲਗਾਤਾਰ ਇਹ ਇੱਕ ਸੁਪਨਾ, ਅਧੂਰਾ ਜਿਹੜਾ ਸੁਪਨਾ ਸੀ ਉਸ ਨੂੰ ਜੀ ਰਹੇ ਸੀ। ਤੇ ਹੁਣ ਪਿਛਲੇ 25-30 ਸਾਲਾਂ ਤੋਂ ਉਹਨਾਂ ਨੇ ਆਪਣੀਆਂ ਕੋਸ਼ਿਸ਼ਾਂ ਜ਼ਿਆਦਾ ਤਿੱਖੇ ਤੌਰ 'ਤੇ ਤੇਜ਼ ਕਰ ਦਿੱਤੀਆਂ ਤੇ ਉਹਦਾ ਰਿਜ਼ਲਟ ਨਿਕਲਿਆ
ਕਿ ਰਾਮ ਮੰਦਿਰ ਵੀ ਬਣਿਆ, ਭਾਵੇਂ ਜਿਸ ਵੀ ਢੰਗ ਨਾਲ ਫੈਸਲਾ ਸੁਪਰੀਮ ਕੋਰਟ ਤੋਂ ਰੰਜਨ ਗਗੋਈ ਦੇ ਰਾਹੀਂ CJ ਰਾਹੀਂ ਕਰਵਾਇਆ ਗਿਆ। ਫਿਰ ਧਾਰਾ 370 ਵੀ ਹਟੀ, ਜਿਹੜਾ ਉਹਨਾਂ ਦਾ ਸੁਪਨਾ ਸੀ, ਉਹਨਾਂ ਨੂੰ ਟਾਰਗੇਟ ਕਰਨਾ ਸੀਗਾ ਮੁਸਲਿਮ ਘੱਟ ਗਿਣਤੀ ਨੂੰ। ਇਸੇ ਤਰੀਕੇ ਨਾਲ UCC ਯੂਨੀਫਾਰਮ ਸਿਵਲ ਕੋਡ, ਇਹ ਉਸੇ ਹੀ ਪ੍ਰੋਸੈਸ ਦਾ ਹਿੱਸਾ ਕਿ ਜਿਹੜੇ ਇਹਨਾਂ ਨੇ, ਉਹ ਕਹਿ ਰਹੇ ਕਿ ਅਸੀਂ 3 ਇਸ਼ੂ ਜਿਹੜੇ ਹੈ ਉਹ ਲੈ ਕੇ ਚੋਣਾਂ 'ਚ ਪਿਛਲੀਆਂ 'ਚ ਉਤਰੇ ਸੀ, 2 ਤੇ ਅਸੀਂ ਪੂਰੇ ਕਰਤੇ, ਤੀਜਾ ਅਸੀਂ ਪੂਰਾ ਕਰਨ ਜਾ ਰਹੇ ਹਾਂ। ਪਰ ਨਾਲ ਹੀ ਜਿਹੜੀ ਉਹਦੇ ਲਈ ਗਰਾਊਂਡ ਤਿਆਰ ਹੋ ਗਈ ਆ ਦੇਸ਼ ਦੇ ਵਿੱਚ, ਉਹ ਬੜੀ ਖਤਰਨਾਕ, ਬੜੀ ਦਰਦਨਾਕ ਤੇ ਬੜੀ ਖੌਫਨਾਕ। ਉਸ 'ਤੇ ਤੁਹਾਨੂੰ ਜਿਸ ਇਮੈਜਿਨ ਕਰੋਗੇ, ਜਿਨ੍ਹਾਂ ਨੇ ਪੜ੍ਹਿਆ ਲਿਖਿਆ, ਝੱਲਿਆ ਜਾਂ ਸੁਣਿਆ ਕਿ ਪੰਜਾਬ ਦੇ ਨਾਲ 1947 'ਚ ਕੀ ਭਾਣਾ ਵਾਪਰਿਆ, ਜਾਂ ਬੰਗਾਲ ਦੇ ਨਾਲ ਕੀ ਹੋਇਆ, ਜਾਂ ਅੱਜ ਜੋ ਮਣੀਪੁਰ 'ਚ ਫਿਰ ਦੁਬਾਰਾ ਉਹੋ ਜਿਹਾ ਹੀ ਹਾਲਾਤ ਕੀ ਹੋਏ, ਉਸ ਪੱਧਰ ਦੇ ਨਹੀਂ ਹੋਏ ਪਰ ਹਾਲਾਤ ਬਿਲਕੁਲ ਉਸੇ ਤਰ੍ਹਾਂ ਆ। ਡਿਵੀਜ਼ਨ ਆ, ਆਪਸ ਵਿੱਚ ਆਮੋ ਸਾਹਮਣੇ ਖੜੇ ਆ। ਉਹ ਕਹਿੰਦੇ ਅਸੀਂ ਇਕੱਠੇ ਨਹੀਂ ਰਹਿ ਸਕਦੇ। ਉਹ ਕਹਿੰਦੇ ਆ ਕਿ 3 ਯੂਨੀਅਨ ਟੈਰੀਟਰੀ ਬਣਾ ਦਿਓ, ਨਾਗਾ ਦੀ ਅਲੱਗ ਬਣਾ ਦਿਓ। ਕੌਣ ਕਹਿ ਰਿਹਾ? ਇਹਦੇ 'ਚ ਕੋਈ ਪਾਰਟੀਆਂ ਵਾਈਜ਼ ਵੰਡ ਨਹੀਂ ਹੈ, ਇਹ ਉੱਥੋਂ ਦੇ ਜਿਹੜੇ ਐਥਨਿਕ ਗਰੁੱਪ ਆ ਉਹਨਾਂ ਮੁਤਾਬਕ ਵੰਡਿਆ। ਜਿਹੜੇ ਮੰਗ ਕਰ ਰਹੇ ਆ ਕਿ ਇੱਥੇ ਯੂਨੀਅਨ ਟੈਰੀਟਰੀ ਮਣੀਪੁਰ 'ਚ ਬਣਾ ਦਿਓ, ਉਹ ਵੀ BJP ਦੇ ਹੀ ਹੈ। ਜਿਹੜੇ ਮੈਤੀ ਹੈ, ਜਿਨ੍ਹਾਂ ਦਾ ਚੀਫ ਮਿਨਿਸਟਰ N ਬੀਰੇਨ ਸਿੰਘ ਹੈਗਾ, ਉਹ ਵੀ BJP ਦੇ ਹੀ ਹੈ ਤੇ ਸਰਕਾਰ ਵੀ BJP ਦੀ। ਤੇ ਉਹ ਖੁਦ ਮੰਗ ਕਰ ਰਹੇ ਕਿ ਅਸੀਂ ਮੈਤੀ ਕਮਿਊਨਿਟੀ ਦੇ ਨਾਲ ਨਹੀਂ ਰਹਿ ਸਕਦੇ। ਜਦੋਂ ਇਹੋ ਜਿਹੇ ਹਾਲਾਤ ਮਣੀਪੁਰ ਤੋਂ ਬਣ ਗਏ ਆ, ਹੁਣੇ 21 ਪਾਰਟੀਆਂ ਦਾ ਨਾ 21 ਸੰਸਦਾਂ ਦਾ, ਜਿਹੜੀਆਂ ਪਾਰਟੀਆਂ 26 ਆ ਉਹਨਾਂ ਦਾ, ਜਿਹਨੂੰ INDIA ਇੰਡੀਆ ਕਹਿੰਦੇ ਆ, ਉਹਨਾਂ ਦਾ ਵਫਦ ਜਾ ਕੇ ਆਇਆ। ਤੇ ਜੋ ਉਹਨਾਂ ਨੇ ਰੌਂਗਟੇ ਖੜੇ ਕਰਨ ਵਾਲੀਆਂ ਸਟੋਰੀਜ਼ ਆ ਕੇ ਦਸੀਆਂ ਆ, ਔਰ ਜੋ ਉਹ ਰਿਪੋਰਟ ਉਹਨਾਂ ਨੇ ਪਾਰਲੀਮੈਂਟ 'ਚ ਰੱਖੀ ਹੈ, ਉਸ ਬਾਰੇ ਅੱਜ 11ਵਾਂ ਦਿਨ ਹੋ ਗਿਆ ਕਿ ਲਗਾਤਾਰ ਕੋਈ ਕਾਰਵਾਈ ਚੱਜ ਨਾ ਹੋ ਨਹੀਂ ਰਹੀ। ਜ਼ਬਰਦਸਤੀ ਕੁਛ ਬਿੱਲ ਇੱਧਰ ਉੱਧਰ ਦੇ 5-4 ਬਿੱਲ ਪਾਸ ਕੀਤੇ ਗਏ ਆ। ਪੂਰਾ ਲੌਗ ਜੈਮ ਆ ਪਾਰਲੀਮੈਂਟ ਦੇ ਅੰਦਰ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ। ਮੰਗ ਕੀ ਹੈ? ਮੰਗ ਇਸ ਵੇਲੇ ਐਸੇ ਗੱਲ 'ਤੇ ਹੈ ਕਿ ਜੇ ਤੇ ਆਪਾਂ ਮਣੀਪੁਰ ਤੇ ਉੱਤੇ ਇਸ ਨਫ਼ਰਤ ਨੂੰ ਰੋਕਣ 'ਚ ਕਾਮਯਾਬ ਹੋ ਗਏ ਤੇ ਨਾਰਥ ਈਸਟ ਨੂੰ, ਜਿਹੜਾ ਸਾਡਾ ਉੱਤਰੀ ਪੂਰਬੀ ਹਿੱਸਾ ਹੈ ਦੇਸ਼ ਦਾ, ਜਿੱਥੇ ਕਿ ਛੇਤੀ ਤੁਸੀਂ ਬਹੁਤਾ ਪਹੁੰਚ ਨਹੀਂ ਸਕਦੇ, ਉੱਚਾ ਨੀਵਾਂ ਹਿੱਲੀ ਏਰੀਆ, ਔਰ ਪਹਿਲਾਂ ਵੀ ਉੱਥੇ ਕਾਫੀ ਉਸ ਕਿਸਮ ਦੇ ਨਾਗਾਲੈਂਡ 'ਚ ਜਦੋਂ ਮੈਂ ਸੀਗਾ ਉੱਥੇ 25 ਕੁ ਸਾਲ ਪਹਿਲਾਂ ਕਹਿੰਦੇ 2 ਸਰਕਾਰਾਂ ਚੱਲਦੀਆਂ। ਇੱਕ ਰਾਤ ਦੀ ਸਰਕਾਰ, ਜਿਹੜੇ ਕਿ ਉੱਥੋਂ ਦੇ ਖਾੜਕੂ ਰਾਤ ਨੂੰ ਟੈਕਸ ਲੈਂਦੇ, ਬਰਾਬਰ ਦਾ ਸਰਕਾਰੀ ਤਨਖਾਹਾਂ ਦੇ ਵਿੱਚ ਪੈਸੇ ਦਿੱਤੇ ਜਾਂਦੇ ਹਿੱਲ ਅਲਾਊਂਸ ਦੇ ਨਾਂ 'ਤੇ, ਕਿਉਂਕਿ ਉਹਨਾਂ ਨੇ ਪੈਸੇ ਸਰਕਾਰੀ ਲੋਕਾਂ ਤੋਂ ਅਗਰਾਉਣੇ ਆ। ਆਪਾਂ ਇੱਥੇ ਬੈਠੇ ਇਮੈਜਿਨ ਨਹੀਂ ਕਰ ਸਕਦੇ ਉੱਥੇ ਦੇ ਹਾਲਾਤ ਕਿਹੋ ਜਿਹੇ ਆ, ਕਿਉਂਕਿ ਉੱਥੇ ਜਿਹੜੀ ਧਰਾਤਲ ਦੇ ਉੱਤੇ ਉੱਥੋਂ ਦੇ ਖਾੜਕੂ ਹੈਗੇ ਆ, ਮਿਲੀਟੈਂਟ ਹੈਗੇ ਆ, ਉਹਨਾਂ ਦਾ ਕਾਫੀ ਬੋਲਬਾਲਾ। ਇੱਕ ਸੈਕਸ਼ਨ 'ਚ ਉਹਨਾਂ ਦੀ ਰਿਸਪੈਕਟ ਵੀ ਹੈਗੀ ਆ, ਗਰਾਊਂਡ ਵੀ ਹੈਗੀ ਆ, ਔਰ ਉਹ ਕਿਸੇ ਤੋਂ ਛੇਤੀ ਦਬੇ ਦਬਾਉਣ ਵਾਲੇ ਨਹੀਂ ਹੈਗੇ। ਤੇ ਜਦੋਂ ਹਾਲਾਤ ਪਹਿਲਾਂ ਹੀ ਖਸਤਾ ਆ, ਸਾਡੇ ਨਾਲੋਂ ਬਹੁਤ ਉਹ ਦੂਰ ਮਹਿਸੂਸ ਕਰਦੇ ਆ, ਉੱਥੇ ਇਹੋ ਜਿਹੀ ਗੱਲ ਹੋ ਜਾਣੀ। ਤੇ ਜੋ ਹੁਣ ਸਾਡੇ ਸੰਸਦ ਵਿਰੋਧੀ ਪਾਰਟੀਆਂ ਦੇ ਜਾ ਕੇ ਮਹਿਸੂਸ ਕਰ ਰਹੇ, ਜੋ ਉਹ ਇਸ ਗੱਲ ਤੇ ਮੋਹਰ ਲਾ ਰਹੇ ਆ ਕਿ ਹਾਲਾਤ ਬਹੁਤ ਨਾਜ਼ੁਕ ਹੈ, ਬਹੁਤ ਵੇਲਾ ਸਾਂਭਣ ਦਾ, ਜੇ ਨਹੀਂ ਅੱਜ ਸਾਂਭਿਆ ਤਾਂ ਫਿਰ ਨਾਰਥ ਈਸਟ ਤੁਹਾਡੇ ਹੱਥੋਂ ਜਾ ਸਕਦਾ। ਜਾਣ ਦਾ ਮਤਲਬ ਇੱਕ ਉੱਥੇ ਲਗਾਤਾਰ ਗੜਬੜੀ ਵਾਲਾ ਏਰੀਆ ਜਿਵੇਂ ਕਸ਼ਮੀਰ 'ਚ ਬਣਿਆ ਆ, ਇੱਕ ਨਵਾਂ ਫਰੰਟ ਉੱਥੇ ਖੁੱਲ੍ਹ ਜਾਊਗਾ। ਇਸ ਲਈ ਸਭ ਤੋਂ ਦੁਖਦਾਈ ਪਤਾ ਗੱਲ ਕੀ ਹੈ ਗੁਰਦੀਪ, ਉਹ ਇਹ ਹੈ ਕਿ ਜਦੋਂ ਦੇਸ਼ ਦੇ ਹਾਲਾਤ ਤੁਸੀਂ ਇਹ ਮਹਿਸੂਸ ਕਰ ਰਹੇ, ਮੈਂ ਕਰ ਰਿਹਾ, ਬਹੁਤ ਸਾਰੇ ਲੋਕ ਧਾਹਾਂ ਮਾਰ ਕੇ ਕਹਿ ਰਹੇ ਆ, ਭਾਈ ਪ੍ਰਧਾਨ ਮੰਤਰੀ ਜੀ ਦੇਸ਼ ਨੂੰ ਸਾਂਭੋ, ਪਾਰਲੀਮੈਂਟ ਨੂੰ ਸਾਂਭੋ। ਪਾਰਲੀਮੈਂਟ ਦਾ ਜਿਹੜਾ ਮੁੱਖ ਚਿਹਰਾ ਆ ਉਹ ਹੈਗੇ ਆ ਨਰਿੰਦਰ ਮੋਦੀ, ਜਿਹੜਾ ਇਹਨਾਂ ਨੇ ਤਰਾਸ਼ ਕੇ ਪਿਛਲੇ 20 ਸਾਲਾਂ 'ਚ ਖੜਾ ਕੀਤਾ, ਬਿਲਕੁਲ ਐਨ ਸਾਫ ਸੁਥਰਾ ਸੁੰਦਰ ਚਿਹਰਾ ਖੜਾ ਕੀਤਾ ਕਿ ਇਹ ਸਾਡਾ BJP ਦਾ ਜਾਂ ਉਸ ਹਿੰਦੂਤਵਾ ਦਾ ਮੁੱਖ ਚਿਹਰਾ ਹੈਗਾ। ਉਹ ਅੰਡਰਗਰਾਊਂਡ ਆ, ਬਿਲਕੁਲ ਚਿਹਰਾ ਨਹੀਂ ਦਿਖਾਉਣਾ ਚਾਹੁੰਦਾ। ਤੇ ਰੋਜ਼ ਨਾਰੇ, ਅੱਜ ਵੀ ਨਾਰੇ ਤੁਸੀਂ ਆ ਹੁਣੇ TV ਲਾ ਕੇ ਸੁਣੋ, ਇੱਕੋ ਹੀ ਨਾਰੇ ਸੁਣਦੇ ਆ, ਮੋਦੀ ਜੀ ਪਾਰਲੀਮੈਂਟ 'ਚ ਆਓ, ਮੋਦੀ ਜੀ ਪਾਰਲੀਮੈਂਟ 'ਚ ਆਓ, ਮੋਦੀ ਜੀ ਜਵਾਬ ਦਿਓ, ਮੋਦੀ ਜੀ ਮਣੀਪੁਰ ਬਾਰੇ ਗੱਲ ਕਰੋ। ਲਗਾਤਾਰ ਸੰਸਦ, ਪਾਰਲੀਮੈਂਟ ਵਿੱਚ, ਰਾਜ ਸਭਾ, ਲੋਕ ਸਭਾ ਦੋਹਾਂ ਦੇ ਵਿੱਚ ਨਾਰੇ ਲੱਗ ਰਿਹਾ। ਲਗਾਤਾਰ ਉੱਥੇ ਲੌਗ ਜੈਮ ਹੋਇਆ, ਸਸਪੈਂਡ ਕਾਰਵਾਈ ਹੋ ਰਹੀ ਆ। ਇਹ ਲੋਕ ਸਭਾ ਵਿੱਚ ਵੀ ਅਮਿਤ ਸ਼ਾਹ ਤੇ ਈਵਨ ਜਿਹੜਾ ਰਾਜ ਸਭਾ ਦਾ ਧਨਕੜ ਸਪੀਕਰ ਹੈਗੇ ਆ, ਇਹ ਦੋਹੇ ਕਹਿ ਰਹੇ, ਇਹਨਾਂ ਨੇ ਵੀ ਫੈਸਲਾ ਕਰ ਲਿਆ,
ਧਨਖੜ ਕਹਿ ਰਿਹਾ ਕਿ ਅਸੀਂ 2.5 ਘੰਟੇ ਗੱਲ ਕਰਾਉਣ ਲਈ, ਸ਼ਾਰਟ ਡਿਊਰੇਸ਼ਨ ਦੀ ਗੱਲ ਕਰਾਉਣ ਲਈ ਤਿਆਰ ਹਾਂ। 176 ਤੁਸੀਂ ਤੇ ਕਾਨੂੰਨ ਦੇ ਮਾਹਰ ਆ, ਜਿਹੜੀ ਕਲੌਜ਼ ਧਾਰਾ 176 ਦੇ ਤਹਿਤ, ਜਦ ਕਿ ਵਿਰੋਧੀ ਪਾਰਟੀਆਂ ਇਹ ਕਹਿ ਰਹੀਆਂ ਕਿ ਇਹ ਖੁੱਲੀ ਬਹਿਸ ਹੋਣੀ ਚਾਹੀਦੀ ਹੈ। ਦੇਸ਼ਤਾ ਦੀ ਏਕਤਾ ਨੂੰ ਖਤਰਾ, ਦੇਸ਼ ਦੇ ਵਿੱਚ ਇੱਕ ਰਾਜਨੀਤਿਕ ਅਸਾਮੇਪਣ ਦਾ ਇੱਕ ਸਾਨੂੰ ਆਭਾਸ ਹੋ ਰਿਹਾ, ਉਹਦਾ ਡਰ ਪੈਦਾ ਹੋਇਆ। ਤੁਸੀਂ ਕਹਿੰਦੇ ਆ ਕਿ ਆਪਾਂ ਨੇ ਖੁੱਲੀ ਬਹਿਸ, ਕਿਉਂਕਿ ਕੀ ਘਰ ਜਾ ਕੇ ਉਹ ਗੰਢੇ ਗੋਡਣੇ ਆ, ਜਾ ਕੇ ਤੁਸੀਂ ਇੱਥੇ ਆਰਾਮ ਨਾਲ ਖੁੱਲ ਕੇ ਬਹਿਸ ਕਰੋ ਤੁਸੀਂ। ਔਰ ਉਹ ਕਹਿ ਰਿਹਾ ਕਿ ਧਾਰਾ 267 ਦੇ ਤਹਿਤ ਅਸੀਂ ਨੋਟਿਸ ਦਿੱਤਾ, ਅਸੀਂ ਉਹਦੇ ਤਹਿਤ ਖੁੱਲੀ ਬਹਿਸ ਕਰਨਾ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਸਾਡੇ ਵਿੱਚ ਬੈਠਣ, ਤੇ ਅੱਜ ਪਤਾ ਪ੍ਰਧਾਨ ਮੰਤਰੀ ਫਿਰਦੇ ਕਿੱਥੇ ਸੀ? ਜਦੋਂ 11ਵੇਂ ਦਿਨ ਵੀ ਪਾਰਲੀਮੈਂਟ ਚੱਲੀ ਨਹੀਂ ਹੈ, ਨਾਅਰੇ ਲੱਗ ਰਿਹਾ। ਸੰਜੇ ਸਿੰਘ ਨੂੰ ਸਸਪੈਂਡ ਕੀਤਾ ਪੂਰੇ ਸੈਸ਼ਨ ਲਈ, ਉਹ ਆਮ ਆਦਮੀ ਪਾਰਟੀ ਦਾ MP, ਉਹ ਬਾਹਰ ਬੈਠਾ। ਇਹ ਪੂਨੇ ਦੇ ਵਿੱਚ ਜਾ ਕੇ ਮੰਦਿਰ ਦੇ ਸਾਹਮਣੇ ਹਵਨ ਤੇ ਪੂਜਾ ਕਰ ਰਿਹਾ, ਪੰਡਤ ਬੈਠੇ ਹੋਏ ਆ ਜੀ। ਇਹ ਜਦੋਂ ਗੁਜਰਾਤ ਦੇ ਵਿੱਚ ਦੰਗੇ ਹੋਏ ਸੀ, ਉਦੋਂ ਜੀ ਇਹ ਚੀਫ ਮਿਨਿਸਟਰ ਸੀ, ਉਦੋਂ ਵੀ ਕਿਹਾ ਗਿਆ ਸੀ ਕਿ ਉਦੋਂ ਮੋਦੀ ਸਾਹਿਬ ਉਦੋਂ ਵੀ ਉੱਥੇ ਹਾਜ਼ਰ ਨਹੀਂ ਸੀ। ਨਹੀਂ, ਇਹੀ ਤਾਂ ਗੱਲ ਹੈ ਨਾ ਕਿ ਅੱਗ ਲੱਗੀ ਡੱਬੂ ਖਾਨ ਤੇ ਜੀ। ਇਹ ਹਾਲਾਤ ਜਦੋਂ ਬਣੇ ਆ ਕਿ ਤੁਸੀਂ ਇੱਕ ਜਿਹੜੀ ਮੈਂ ਹੋਰ ਦੁਖਦਾਈ ਗੱਲ ਕਹਿ ਦਿਆਂ, ਖਾਸ ਕਰਕੇ ਜਿਹੜੀ ਪੁਲਿਸ ਆ, ਜਿਹੜੀਆਂ ਲੋਕਲ ਪੁਲਿਸ ਲੋਕਲ ਸਰਕਾਰਾਂ ਦੀ ਅੱਖ ਨੂੰ ਦੇਖ ਕੇ ਐਕਸ਼ਨ ਕਰਦੀਆਂ, ਉਹਦੇ ਮੁਤਾਬਕ ਚੱਲਦੀਆਂ, ਉਹ ਪ੍ਰੋਫੈਸ਼ਨਲ ਨਹੀਂ ਹੈ। ਹਾਲਾਤ ਦੇਸ਼ ਦੇ ਅੰਦਰ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਤੇ ਮਿਲਟਰੀ ਫੋਰਸਿਸ ਆ, ਉਹਦੇ 'ਚ ਵੀ ਇਹੋ ਜਿਹਾ ਪ੍ਰਭਾਵ ਛੱਡਤਾ ਗਿਆ ਕਿ ਇਹ ਤੇ ਜੀ ਹਿੰਦੂ ਰਾਸ਼ਟਰ ਵਾਲਾ, ਔਰ ਉਹਦੇ 'ਤੇ ਅਸਰ ਇਸ ਗੱਲ ਦਾ ਦੇਖਣ ਨੂੰ ਮਿਲਦਾ। ਆ ਜਿਹੜਾ RPF ਦੇ ਜਵਾਨ ਨੇ ਕੀਤਾ, ਉਹ ਐਵੇਂ ਨਹੀਂ ਹੋ ਗਿਆ। ਬਿਲਕੁਲ ਜੀ। RPF ਦਾ ਜਵਾਨ ਆ, ਜਿਹੜੀ ਰੇਲਵੇ ਪ੍ਰੋਟੈਕਸ਼ਨ ਫੋਰਸ ਹੁੰਦੀ, ਉਹਨਾਂ ਨੇ ਰੇਲਵੇ ਦੀ ਪ੍ਰਾਪਰਟੀ ਨੂੰ, ਉਹਨਾਂ ਨੇ ਉੱਥੋਂ ਦੇ ਜਿਹੜੇ ਯਾਤਰੀ ਆ, ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ, ਗੱਡੀ ਨੂੰ, ਸਟੇਸ਼ਨਾਂ ਨੂੰ, ਸਾਰਿਆਂ ਨੂੰ ਪ੍ਰੋਟੈਕਸ਼ਨ ਦੇਣੀ। ਬੰਦੇ 3 ਯਾਤਰੀ ਬੈਠੇ ਆ ਮੁਸਲਮਾਨ ਡੱਬੇ ਦੇ ਵਿੱਚ, ਜੈਪੁਰ ਤੋਂ ਮੁੰਬਈ ਜਿਹੜੀ ਟ੍ਰੇਨ ਜਾ ਰਹੀ ਹੈ, ਔਰ ਉਹਨਾਂ ਨੂੰ ਕੁਛ ਆਬਾ ਤਬਾ ਬੋਲ ਰਿਹਾ ਆ। ਇਹ ਬੰਦਾ RPF ਦਾ ਜਵਾਨ ਜਿਹੜਾ ਬਾਅਦ ਵਿੱਚ ਫੜ ਲਿਆ, ਉਸ ਨੂੰ ਆਪਣਾ ਹੀ ਉਹਦਾ ਕਲੀਗ ASI RPF ਦਾ ਕਹਿੰਦਾ, ਭਾਈ ਇੰਜ ਤੂੰ ਕਿਉਂ ਕਰਦਾ, ਕਾਹਨੂੰ ਆਪਾਂ ਛੇੜਨਾ, ਆਪਾਂ ਨੂੰ ਇਹ ਠੀਕ ਨਹੀਂ, ਸੋਭਦਾ ਨਹੀਂ। ਉਹਨੂੰ ਗੋਲੀ ਮਾਰਤੀ ਜੀ। ਔਰ ਉਹ ਜਿਹੜੇ 3 ਮੁਸਲਮਾਨ ਆ, ਉਹਨਾਂ ਨੂੰ ਤਿੰਨਾਂ ਨੂੰ ਗੋਲੀ ਮਾਰ ਦਿੱਤੀ। ਹੁਣ ਇਹ ਤੁਸੀਂ ਤੇ ਸਾਹਮਣੇ, ਤੁਹਾਡੇ ਸਾਹਮਣੇ ਮੀਡੀਆ ਤੇ ਤੁਸੀਂ ਵੀ ਸੁਣ ਲਿਆ, ਮੈਂ ਵੀ ਸੁਣ ਲਿਆ। ਲੋਕਾਂ ਨੇ ਕਿਸੇ ਵੀ ਤਰੀਕੇ ਨਾਲ ਉਹ ਬੰਦਾ ਫੜ ਲਿਆ ਜਾਂ ਫੜ ਕੇ ਹੁਣ ਉਸ ਨੂੰ ਕਰ ਦਿੱਤਾ, ਪਰ 4 ਜਾਨਾਂ ਤੇ ਚਲੇ ਗਿਆ। ਕੀ ਲੋਕ ਹੁਣ ਉਸ ਟ੍ਰੇਨ ਦੇ ਵਿੱਚ, ਖਾਸ ਕਰ ਘੱਟ ਗਿਣਤੀਆਂ ਦੇ ਲੋਕ ਦੁਬਾਰਾ ਉਸੇ ਤਰੀਕੇ ਨਾਲ ਮਹਿਸੂਸ ਕਰਨਗੇ? ਕਦੇ ਨਹੀਂ, ਬਹੁਤ ਲੰਬਾ ਟਾਈਮ ਲੱਗੂਗਾ। ਦੂਸਰੀ ਗੱਲ, ਜਿਹੜੀਆਂ ਏਜੰਸੀਆਂ ਸਰਕਾਰੀ ਖਜ਼ਾਨੇ 'ਚੋਂ ਇਸ ਗੱਲ ਲਈ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ, ਇਸ ਗੱਲ ਲਈ ਅਸੀਂ ਰੱਖੀਆਂ ਕਿ ਉਹ ਕਾਨੂੰਨ ਦਾ ਰਾਜ, ਉਹ ਸੰਵਿਧਾਨ ਦਾ ਰਾਜ, ਉਹ ਲੋਕ ਸੁਰੱਖਿਆ ਦਾ ਰਾਜ, ਲੋਕਾਂ ਦੇ ਵਿੱਚ ਸ਼ਾਂਤੀ ਦਾ ਰਾਜ ਰੱਖਣਗੇ, ਉਹ ਮੇਨਟੇਨ ਰੱਖਣਗੇ, ਇਸ ਕਰਕੇ ਉਹਨਾਂ ਨੂੰ ਵਰਦੀਆਂ ਪਵਾਈਆਂ। ਤੇ ਜੇ ਉਹ ਖੁਦ ਹੀ ਗੋਦਰਾ ਵਾਂਗੂ ਧੜੇਬੰਦੀ 'ਚ ਆ ਕੇ ਕਿ ਮੈਂ ਮੁਸਲਮਾਨਾਂ ਨੂੰ ਮਾਰਨਾ ਜਾਂ ਹਿੰਦੂਆਂ ਨੂੰ ਮਾਰਨਾ, ਜਿਵੇਂ ਦਿੱਲੀ ਦੇ ਵਿੱਚ 84 'ਚ ਸਿੱਖਾਂ ਵੇਲੇ ਵੀ ਇਹ ਗੱਲ ਹੋਈ ਸੀ, ਪੁਲਿਸ ਨੇ ਕੋਈ ਸਾਥ ਸਿੱਖਾਂ ਦਾ ਨਹੀਂ ਸੀ ਦਿੱਤਾ, ਨਹੀਂ ਤੇ ਬਹੁਤ ਸਾਰੀਆਂ ਸਿੱਖ ਜਾਨਾਂ ਬਚਾਈਆਂ ਜਾ ਸਕਦੀਆਂ ਸੀ। ਜਦੋਂ ਇਸ ਕਿਸਮ ਦੀ ਫਿਰਕਾ ਪ੍ਰਸਤੀ ਦੀ ਪਾਣ ਉਹਨਾਂ ਲੋਕਾਂ ਦੇ ਵੀ ਚੜ੍ਹ ਜੇ, ਉਹ ਅੱਗ ਜ਼ਹਿਰ ਉਹਨਾਂ ਤੱਕ ਵੀ ਪਹੁੰਚ ਜਾਏ ਤੇ ਉਹਦਾ ਅਸਰ ਹੋ ਜਾਏ, ਜਿਨ੍ਹਾਂ ਨੇ ਦੇਸ਼ ਦੇ ਵਿੱਚ ਸ਼ਾਂਤੀ ਤੇ ਸਦਭਾਵਨਾ ਬਣਾ ਕੇ ਰੱਖਣੀ ਆ। ਤੇ ਫਿਰ ਤੇ ਭਈ ਅੱਲਾਹ ਤਾਲਾ ਹੀ ਰਾਖਾ ਤੇ ਰੱਬ ਹੀ ਰਾਖਾ ਇਸ ਦੇਸ਼ ਦੇ ਭਵਿੱਖ ਦਾ। ਬੜੀ ਦੁੱਖ ਦੀ ਗੱਲ ਆ। ਨੂੰਹ ਵਾਲੀ ਜਿਹੜੀ ਗੱਲ ਕਹੀ ਆ, ਉਹ ਇਸੇ ਦਾ ਹੀ ਪ੍ਰਤੀਕ ਆ। ਨੂੰਹ ਦੇ ਵਿੱਚ ਇੱਕ ਖਾਸ ਕਿਸਮ ਦਾ ਮੁਸਲਿਮ ਸਮੁਦਾਇ ਹੈ। ਮੈਂ ਉੱਥੇ ਖੁਦ ਸਟੱਡੀ ਕਰਕੇ ਆਇਆ, ਬਹੁਤ ਬੈਕਵਰਡ ਆ, ਲੱਗਦਾ ਹੀ ਨਹੀਂ ਕਿ ਉਹ ਹਰਿਆਣੇ ਦਾ ਹਿੱਸਾ, ਤੇ ਉਹ ਵੀ ਦਿੱਲੀ ਦੇ ਨਾਲ ਬੈਠੇ ਹੋਣ, ਦਿੱਲੀ ਤੋਂ 50 ਕਿਲੋਮੀਟਰ ਦੂਰੀ ਤੇ। ਉਸ ਏਰੀਏ ਦੇ ਵਿੱਚ ਹੁਣ ਕੁਝ ਹਿੰਦੂਆਂ ਦਾ ਪ੍ਰੋਸੈਸ਼ਨ ਸੀ, ਉਸ ਏਰੀਏ ਦੇ ਵਿੱਚੋਂ ਸੀ ਜਿੱਥੇ ਮੁਸਲਮਾਨ ਆ। ਬਜਰੰਗ ਦਲ, ਤੁਹਾਨੂੰ ਪਤਾ, ਜਿਹੋ ਜਿਹੇ ਉਹ ਖਹਿਬਾਜੀ ਜਾਂ ਜਿਹੋ ਜਿਹੀਆਂ ਕੱਟੜਪੰਥੀ ਦੇ ਨਾਅਰੇ ਲਾਉਂਦੇ ਆ, ਗੱਲਾਂ ਕਰਦੇ ਆ, ਆਪਸ ਵਿੱਚ ਟਕਰਾਅ ਹੋਇਆ। ਇਹੋ ਜਿਹਾ ਟਕਰਾਅ ਅਸੀਂ ਬੜੌਦਾ, ਸੂਰਤ, ਅਹਿਮਦਾਬਾਦ ਬੜੌਦਾ 'ਚ ਤਾਂ ਬਹੁਤ ਵਾਰੀ ਸੁਣਿਆ। ਉੱਥੇ ਤੇ ਟਕਰਾਓ ਇਹੋ ਜਿਹੇ ਹੁੰਦੇ ਸੀ। ਨੂੰਹ ਵਾਲੇ ਏਰੀਏ 'ਚ ਸਾਡਾ ਸੈਕੂਲਰ ਏਰੀਆ ਹੈਗਾ। ਹਰਿਆਣੇ 'ਚ ਤੁਸੀਂ ਕਦੀ ਇਹੋ ਜਿਹਾ ਫਿਰਕਾ ਪ੍ਰਸਤੀ ਦਾ ਓਪਨ ਨੰਗਾ ਨਾਚ ਨਹੀਂ ਦੇਖਿਆ। ਮੌਬ ਲਿੰਚਿੰਗ ਦੇਖ ਲਈ, ਉਹ ਗੱਲ ਅਲੱਗ ਹੈ। ਉਹ ਜਿਹੜੀ ਧਰਾਤਲ ਲਗਾਤਾਰ ਇੱਥੇ ਪਿਛਲੇ 5-7 ਸਾਲਾਂ 'ਚ ਬਣਾਈ ਜਾ ਰਹੀ ਸੀ, ਉਸ ਜ਼ਹਿਰ ਦੇ ਬੂਟਿਆਂ ਨੂੰ ਹੁਣ ਉਹ ਜ਼ਹਿਰੀਲੇ ਫਲ ਲੱਗਣ ਲੱਗ ਗਏ ਆ।
ਔਰ ਇਹ ਬੜੀ ਦੁੱਖ ਦੀ ਗੱਲ ਆ ਆਪਣਾ ਗੁਰਦੀਪ ਜੀ ਕਿ ਉੱਥੇ ਇਸ ਵੇਲੇ ਰਾਇਟਰਸ ਜਿਹੜੀ ਆਪਣੀ ਇੰਟਰਨੈਸ਼ਨਲ ਨਿਊਜ਼ ਏਜੰਸੀ, ਮੈਂ ਹੁਣੇ ਪੜ੍ਹ ਕੇ ਹਟਿਆ ਅੱਧਾ ਘੰਟਾ ਪਹਿਲਾਂ, ਉਹਨਾਂ ਨੇ ਖਬਰ ਦਿੱਤੀ ਹੈ ਕਿ 2 ਤੇ ਉੱਥੇ ਜਿਹੜੇ ਉੱਥੇ ਸਿਕਿਉਰਿਟੀ ਵਾਲੇ ਸੀ ਉਹਨਾਂ ਦੀ ਡੈਥ ਹੋ ਗਈ ਹੈ, ਹੋਮ ਗਾਰਡ ਸੀਗੇ ਉਹ ਮਤਲਬ ਸਧਾਰਨ ਹੁੰਦੇ ਆ, ਤੇ 3 ਹੋਰ ਦੀ ਡੈਥ ਹੋ ਗਈ ਹੈ, 20-25 ਘੱਟੋ ਘੱਟ ਮੇਰਾ ਖਿਆਲ ਜ਼ਖਮੀ ਵੀ ਹੋ ਗਏ ਆ, ਪੁਲਿਸ ਵਾਲੇ ਵੀ 8-10 ਉੱਥੇ ਜ਼ਖਮੀ ਹੋਏ ਆ। ਜੇ ਇਹ ਖਬਰਾਂ ਜਿਸ ਤਰੀਕੇ ਨਾਲ ਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਜਿਹੜੇ ਸੱਜੀਆਂ ਸ਼ਕਤੀਆਂ ਜਾਂ ਕੱਟੜਪੰਥੀ ਹਿੰਦੂ ਕੱਟੜਪੰਥੀ ਇਸ ਨੂੰ ਫੈਲਾ ਕੇ ਹੋਰ ਅੱਗ ਅੱਗੇ ਲਾਉਣ ਦੀ ਕੋਸ਼ਿਸ਼ ਕਰਨਗੇ, ਤੇ ਜਿਨ੍ਹਾਂ ਸ਼ਕਤੀਆਂ ਨੇ ਉਹਨਾਂ ਦੇ ਉੱਤੇ ਪਾਣੀ ਪਾਉਣਾ ਫਾਇਰ ਬ੍ਰਿਗੇਡ ਨੇ, ਤੇ ਉਹ ਫਾਇਰ ਬ੍ਰਿਗੇਡ ਹੀ ਜਾ ਕੇ ਅੱਗ ਦੇ ਉੱਤੇ ਪੈਟਰੋਲ ਪਾਉਣ ਲੱਗ ਜੂਗੀ। ਬਿਲਕੁਲ। ਤੇ ਫਿਰ ਤੁਸੀਂ ਹਾਲਾਤ ਦੇਖ ਲਓ ਕਿ ਕਿੰਨੇ ਕੁ ਵਿਸਫੋਟਕ, ਕਿੰਨੇ ਕੁ ਭਿਆਨਕ, ਕਿੰਨੇ ਕੁ ਅਸਹਿ ਤੇ ਕਿੰਨੇ ਕੁ ਉਹ ਆਉਣ ਵਾਲੇ ਸਮੇਂ 'ਚ ਜੋਖਮ ਭਰੇ ਹੋ ਸਕਦੇ ਆ। ਇਹ ਇੱਕ ਪੂਰੇ ਦੇਸ਼ ਦੇ ਵਿੱਚ ਹਾਲਾਤ ਬਣੇ ਆ। ਇਨ੍ਹਾਂ ਹਾਲਾਤਾਂ 'ਚ ਜਦ ਕਿ ਪਾਰਲੀਮੈਂਟ 'ਚ ਡਟ ਕੇ 56 ਇੰਚ ਦਾ ਸੀਨਾ ਤਾਣ ਕੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੀਦਾ ਸੀ, ਖਬਰਦਾਰ, ਇਸ ਸੰਵਿਧਾਨ ਦੀ ਸਹੁੰ ਚੁੱਕ ਕੇ ਅਸੀਂ ਇਸ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਮੈਂ ਬੈਠਾ ਔਰ ਪੂਰੇ ਸਾਡੇ ਉੱਥੇ ਮੰਤਰੀਗਣ ਔਰ ਜਿਹੜੇ ਬਾਕੀ ਦੇ MP ਹੈਗੇ ਆ, ਸਾਂਸਦ ਹੈਗੇ ਆ, ਉਹ ਸੰਵਿਧਾਨ ਦੀ ਸਹੁੰ ਚੁੱਕ ਕੇ ਉੱਥੇ ਬੈਠੇ ਆ, ਖਬਰਦਾਰ ਜੇ ਕਿਸੇ ਨੇ ਵੀ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਦੇ ਲਗਾਤਾਰ ਸੀਨ ਤੋਂ ਬਾਹਰ ਰਹਿਣਾ ਔਰ ਕੋਈ ਖੁੱਲ੍ਹ ਕੇ ਸਟੇਟਮੈਂਟ ਨਾ ਦੇਣੀ 25-30 ਸੈਕਿੰਡ ਤੋਂ ਇਲਾਵਾ, ਔਰ ਪਾਰਲੀਮੈਂਟ 'ਚ ਆ ਕੇ ਇਹ ਹੌਸਲਾ ਅਫਜ਼ਾਈ ਨਾ ਕਰਨਾ ਉਹਨਾਂ ਪੀੜਤ ਲੋਕਾਂ ਦੀ, ਇਹ ਸਾਫ਼ ਸੁਨੇਹਾ ਦਿੰਦਾ ਕਿ ਸਾਨੂੰ ਕਿਸੇ ਦੀ ਪਰਵਾਹ ਨਹੀਂ। 3 ਹੂਰਸ ਟੂ ਕੌਨਸਟੀਟਿਊਸ਼ਨ, ਅਸੀਂ ਕੌਨਸਟੀਟਿਊਸ਼ਨ ਦੀ ਕੋਈ ਪਰਵਾਹ ਨਹੀਂ ਕਰਦੇ, ਜਿਵੇਂ ਕਿ ਪਹਿਲਾਂ ਹੀ ਹਿੰਦੂ ਰਾਸ਼ਟਰ ਸਥਾਪਿਤ ਕਰ ਲਿਆ ਗਿਆ ਹੋਵੇ, ਇਹੋ ਜਿਹਾ ਪ੍ਰਭਾਵ ਤੇ ਦਿੱਤਾ ਜਾ ਰਿਹਾ। ਪ੍ਰੋਫੈਸਰ ਸਾਹਿਬ, ਜਿਹੜੀ ਹਰਿਆਣੇ ਦੇ ਨੂਹ ਦੇ ਵਿੱਚ ਇਹ ਘਟਨਾ ਹੋਈ ਆ, ਇਹ ਮੇਵਾਤ ਦਾ ਉਹ ਏਰੀਆ ਜਿੱਥੇ ਜ਼ਿਆਦਾਤਰ ਆਪਾਂ ਦੇਖਿਆ ਉਹ ਕੇਸ ਆਉਂਦੇ ਨੇ ਜਿਹੜੇ ਗਊ ਰਕਸ਼ਕ ਨੇ, ਉਹ ਜ਼ਿਆਦਾਤਰ ਇੱਥੇ ਕਿਉਂਕਿ ਜਿਹੜੇ ਮੁਸਲਿਮ ਲੋਕ ਨੇ ਉਹਨਾਂ ਨੂੰ ਕਈ ਵਾਰ ਉਹ ਆਪਣੀਆਂ ਗਊਆਂ ਕਿਤੇ ਲੈ ਕੇ ਜਾਂਦੇ ਨੇ ਜਾਂ ਫਿਰ ਕਿਸੇ ਵਪਾਰ ਲਈ ਲੈ ਕੇ ਜਾਂਦੇ ਨੇ। ਨਾਲ ਰਾਜਸਥਾਨ ਲੱਗਦਾ, UP ਦਾ ਬਾਰਡਰ ਹੈਗਾ, ਤੇ ਉਹ ਰਾਜਸਥਾਨ ਵੱਲ ਨੂੰ ਵੀ ਲੈ ਕੇ ਜਾਂਦੇ ਨੇ, ਤੇ ਕਈ ਵਾਰ ਉਹਨਾਂ ਨਾਲ ਵੀ ਕੁੱਟਮਾਰ ਹੋਈ ਆ। ਜਿਵੇਂ ਕੱਲ੍ਹ ਦੱਸਿਆ ਜਾ ਰਿਹਾ ਕਿ ਇੱਕ ਮੋਨੂ ਨਾਮ ਦਾ ਵਿਅਕਤੀ ਆ, ਉਹਨੇ ਵੀ ਸੋਸ਼ਲ ਮੀਡੀਆ ਤੇ ਕਿਹਾ ਸੀ ਕਿ ਮੈਂ ਵੀ ਉੱਥੇ ਪਹੁੰਚੂੰਗਾ, ਜਿਹਨੇ ਪਹਿਲਾਂ ਮੁਸਲਿਮ ਨਾਲ ਉਹਦਾ ਕਨਫਲਿਕਟ ਹੋਇਆ। जय हिंदू राष्ट्र, जय हिंदू राष्ट्र। मेरी आवाज जहां तक जा रही है, सारे भाई दोनों मुट्ठी बंद करके पूरी ताकत से बोलेंगे, भारत माता की, भारत माता की। हिंदू हिंदू, हिंदू हिंदू, हिंदू हितों का हनन हुआ तो, हिंदू हितों का हनन हुआ तो। ਇਸ ਦੇ ਪਿੱਛੇ ਇੱਕ ਤਾਂ ਇਹ ਕਾਰਨ ਹੋਏ ਨੇ, ਆਪਾਂ ਜ਼ਿਆਦਾਤਰ ਦੇਖੀਏ ਕਈ ਵਾਰ ਅਖਬਾਰਾਂ 'ਚ ਪੜ੍ਹਦੇ ਹਾਂ, ਜ਼ਿਆਦਾਤਰ ਜਿਹੜੇ ਕੇਸਿਸ ਨੇ ਜਿਹੜੇ ਗਊ ਰਕਸ਼ਕ ਦੇ ਨਾਮ ਦੇ ਉੱਤੇ ਲੋਕਾਂ ਨਾਲ ਅਤਿਆਚਾਰ ਹੁੰਦਾ, ਉਹ ਇਸੇ ਡਿਸਟ੍ਰਿਕਟ ਦੇ ਵਿੱਚ ਹੁੰਦੇ ਨੇ। ਤੇ ਫਿਰ ਜਿਹੜਾ ਇਹ ਜਿਵੇਂ ਇਹ ਕੱਲ੍ਹ ਵਾਲਾ ਜਿਹੜਾ ਇੰਸੀਡੈਂਟ ਹੋਇਆ, ਇਸ ਤੋਂ ਇਲਾਵਾ ਪ੍ਰੋਫੈਸਰ ਸਾਹਿਬ ਹੋਰ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੇ ਇਹਦੇ ਲਈ ਤਿਲ ਫੁੱਲ ਪਾਇਆ, ਜਿਹੜੇ ਹੁਣ ਤੱਕ ਇਹ ਸਿਚੁਏਸ਼ਨ ਆਈ ਆਪਾਂ ਹੁਣ ਤੱਕ ਦੇਖਿਆ ਹਰਿਆਣੇ ਦੇ ਵਿੱਚ ਜ਼ਿਆਦਾਤਰ ਇੱਦਾਂ ਦੇ ਇੰਸੀਡੈਂਟ ਨਹੀਂ ਹੋਏ ਸੀ। ਰਿਜ਼ਰਵੇਸ਼ਨ ਵਾਲਾ, ਜਾਟ ਰਿਜ਼ਰਵੇਸ਼ਨ ਵਾਲਾ ਜਿਹੜਾ ਇਸ਼ੂ ਸੀ ਉਹ ਅਲੱਗ ਇਸ਼ੂ ਸੀ। ਜਿਹੜਾ ਕਮਿਊਨਲ ਵਾਇਲੈਂਸ ਹੋਇਆ ਜਿਹੜਾ ਸਰਕਾਰ ਦਾ, ਹੁਣ ਜਿਵੇਂ ਸੱਤਿਆਪਾਲ ਮਲਿਕ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ, ਉਹਨਾਂ ਦੀ ਜਿਹੜੀ ਸਟੇਟਮੈਂਟ ਸੀ ਵੀ ਕਿਤੇ ਨਾ ਕਿਤੇ ਜਿਹੜੀ ਸਰਕਾਰ ਚਾਹੁੰਦੀ ਹੈ, ਕਿਉਂਕਿ ਬਜਰੰਗ ਦਲ ਵਾਲਿਆਂ ਨੇ ਕਿਹਾ ਸੀ ਕਿ ਅਸੀਂ ਪ੍ਰੋਸੈਸ਼ਨ ਕੱਢਣਾ, ਸਾਨੂੰ ਪ੍ਰੋਪਰ ਸਿਕਿਉਰਿਟੀ ਦਿੱਤੀ ਜਾਵੇ, ਤੇ ਉਹ ਸਿਕਿਉਰਿਟੀ ਪੂਰੀ ਨਹੀਂ ਹੋਈ ਹੈਗੀ। ਤੇ ਸਾਰਿਆਂ ਨੂੰ ਪਤਾ ਹੋ ਸਕਦਾ, ਇਹਨਾਂ ਨੂੰ ਪਹਿਲਾਂ ਪਤਾ ਹੋਊਗਾ ਕੀ ਕਨਫਲਿਕਟ ਹੋਣਾ, ਕੀ ਇਹ ਸਰਕਾਰ ਜਾਣਬੁੱਝ ਕੇ ਤਾਂ ਨਹੀਂ ਕਰਾ ਰਹੀ, ਕਿਉਂਕਿ ਸੱਤਿਆਪਾਲ ਮਲਿਕ ਜੀ ਨੇ ਜਿਹੜੇ ਗਵਰਨਰ ਸਾਹਿਬ ਰਹੇ ਨੇ ਪਹਿਲਾਂ, ਉਹਨਾਂ ਨੇ ਵੀ ਇਹ ਸਟੇਟਮੈਂਟ ਦਿੱਤੀ ਸੀ ਕਿ ਸਰਕਾਰ ਜਿਹੜਾ ਹੁਣ ਅੱਗੇ ਤੋਂ ਆ ਕਿਤੇ ਇਹ ਨਾ ਹੋਵੇ ਕਿ ਉਹ ਹਿੰਦੂ ਨੂੰ ਵਿਕਟਮ ਬਣਾ ਲਵੇ ਜਾਂ ਫਿਰ ਕਿਸੇ ਮੰਦਿਰ ਦੇ ਉੱਤੇ ਹਮਲਾ ਕਰਾ ਦੇਵੇ, ਜਿਵੇਂ ਰਾਮ ਮੰਦਿਰ ਦੇ ਉੱਤੇ ਹਮਲਾ ਕਰਾ ਦੇਵੇ, ਜਾਂ ਉਹਨਾਂ ਨੇ ਕਿਹਾ ਸੀ ਕਿ ਕੋਈ BJP ਦਾ ਜਿਹੜਾ ਵੱਡਾ ਲੀਡਰ ਆ ਉਹਦੇ ਤੇ ਹਮਲਾ ਕਰਾ ਦੇਵੇ, ਜਾਂ ਫਿਰ ਹਿੰਦੂਆਂ ਨੂੰ ਖੁਦ ਇੰਨਾ ਵਿਕਟਮ ਬਣਾ ਦੇਵੇ ਕਿ ਜਿਹੜਾ ਦੇਸ਼ ਆ ਦੁਬਾਰਾ ਫਿਰ ਜਿਹੜਾ ਲੋਕਾਂ ਦੀ ਜਿਹੜੀ ਉਹ ਵੋਟ ਵਾਲੀ ਜਿਹੜੀ ਆ ਪੋਲਰਾਈਜੇਸ਼ਨ ਹੋ ਸਕੇ। ਗੁਰਦੀਪ, ਆਪਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜਿਹੜੀ ਹੋਣ ਵਾਲੀ ਸਰਕਾਰ ਆ ਉਹ ਆਪਣੇ ਆਪ ਨੂੰ ਹਿੰਦੂ ਧਰਮ ਤੋਂ ਐਜ਼ ਏ ਪਰਸਨ ਤੇ ਜੋ ਮਰਜ਼ੀ ਕਰਨ, ਉਹ ਅਲੱਗ ਨਹੀਂ ਰੱਖ ਪਾ ਰਹੀ। ਹੁਣ ਅੱਜ ਹੀ ਪ੍ਰਧਾਨ ਮੰਤਰੀ ਹੈ, ਪ੍ਰਧਾਨ ਮੰਤਰੀ ਨੂੰ ਇੱਥੇ ਹਾੜੇ ਕੱਢੇ ਜਾ ਰਹੇ ਆ, ਨਾਅਰੇ ਲੱਗ ਰਹੇ ਆ, 11 ਦਿਨ ਹੋ ਗਏ ਆ ਲੌਗਸ ਐਵੇਂ ਕਿ ਪ੍ਰਧਾਨ ਮੰਤਰੀ ਲੋਕ ਸਭਾ 'ਚ ਜਾਂ ਸਾਂਝੇ ਸੈਸ਼ਨ 'ਚ ਆ ਕੇ ਗੱਲ ਕਰਨ, ਤੇ ਧਾਰਾ 267 ਦੇ ਤਹਿਤ ਜਿਹੜਾ ਇਹ ਸਾਡੀ ਬਹਿਸ ਆ ਸ਼ੁਰੂ ਹੋਣੀ ਚਾਹੀਦੀ ਆ।
ਤੇ ਉਹਨਾਂ ਨੂੰ ਵਿੱਚ ਸਾਡੇ ਆਉਣਾ ਚਾਹੀਦਾ। ਇਹ ਹੁਣ ਇੰਨੇ ਚਿਰ ਦਾ ਜਦੋਂ ਹੋ ਰਿਹਾ ਤੇ ਪ੍ਰਧਾਨ ਮੰਤਰੀ ਤੁਰੇ ਫਿਰਦੇ ਆ, ਕਦੀ ਜਲਸੇ ਜਲੂਸ 'ਚ, ਕਦੀ ਇਨੈਗੂਰੇਸ਼ਨ ਕਰਦੇ। ਅੱਜ ਵੀ ਕੋਈ ਉੱਥੇ ਕਈਆਂ ਚੀਜ਼ਾਂ ਦੇ ਇਨੈਗੂਰੇਸ਼ਨ ਮਹਾਰਾਸ਼ਟਰ 'ਚ ਕਰਨ ਗਏ ਹੋਇਆ, ਕੋਈ ਆਪਣਾ ਅਵਾਰਡ ਲੈਣ ਗਏ ਹੋਇਆ, ਕੋਈ ਮੰਦਿਰ ਦੇ ਵਿੱਚ ਪੂਜਾ ਕਰ ਰਹੇ ਆ, ਪੰਡਤ ਬੈਠੇ ਹੋਏ ਆ ਉੱਥੇ ਮੰਤਰ ਪੜ੍ਹ ਰਹੇ। ਜੋ ਮਰਜ਼ੀ ਕਰੋ, ਹਰ ਇੱਕ ਨੂੰ ਆਪਣਾ ਆਪਣਾ ਧਰਮ ਪਿਆਰਾ, ਸਾਨੂੰ ਕੋਈ ਦੁੱਖ ਨਹੀਂ। ਸਾਨੂੰ ਚੰਗਾ ਲੱਗਦਾ ਕਿ ਸਾਡੇ ਪ੍ਰਧਾਨ ਮੰਤਰੀ ਜਾਂ ਹੋਰ ਸਾਡੇ ਸਾਂਸਦ ਜਿਹੜੇ ਆ ਉਹ ਇੰਨੇ ਜੈਨੂਅਨਲੀ ਧਾਰਮਿਕ ਹੈਗੇ ਆ ਕਿ ਉਹਨਾਂ ਨੂੰ ਰੱਬ ਦਾ ਡਰ ਆ, ਰਾਮ ਦਾ ਡਰ ਆ, ਰਹੀਮ ਦਾ ਡਰ ਆ, ਕੋਈ ਵੀ ਹੋਵੇ ਜੀ। ਪਰ ਜੇ ਤੁਸੀਂ ਧਰਮ ਨੂੰ ਵੀ ਇੱਕ ਪੈਟਰੋਲ ਦੀ ਤਰ੍ਹਾਂ, ਸੁੱਕੀ ਲੱਕੜ ਦੀ ਤਰ੍ਹਾਂ ਵਰਤ ਕੇ ਤੇ ਅੱਗ ਲਾਉਣ ਲਈ ਵਰਤਣਾ ਆ, ਫਿਰ ਉਹ ਧਰਮ ਤੇ ਨਹੀਂ ਆਇਆ, ਤੇ ਇੱਕ ਕਰਮ ਹੈਗਾ ਜੀ। ਇਹ ਤੇ ਤੁਸੀਂ ਧਰਮ ਦੇ ਨਾਂ ਦੇ ਉੱਤੇ ਇੱਕ ਰਾਜਨੀਤੀ ਤੇ ਵੋਟਾਂ ਬਟੋਰੂ ਤਰੀਕੇ ਲੱਭ ਰਹੇ ਆ। ਇਹ ਤੇ ਲੋਕਾਂ ਨੂੰ ਆਪਣੇ ਜਿਹੜੀਆਂ ਕੁਰਬਾਨੀਆਂ ਕਰਨ ਲਈ, ਖੂਨ ਖਰਾਬਾ ਕਰਨ ਲਈ, ਇੱਕ ਲੋਕਾਂ ਦੇ ਵਿੱਚ ਬਲੱਡ ਸ਼ੈੱਡ ਕਰਨ ਲਈ ਉਸ ਕਿਸਮ ਦਾ ਤੁਸੀਂ ਇੱਕ ਭੂਮਿਕਾ ਜਾਂ ਉਸ ਕਿਸਮ ਦਾ ਮਾਹੌਲ ਦੇਸ਼ ਦੇ ਵਿੱਚ ਤਿਆਰ ਕੀਤਾ ਜਾ ਰਿਹਾ। ਹੋਰ ਗੁਜਰਾਤ ਮਾਡਲ ਕੀ ਹੈ, ਗੋਧਰਾ ਮਾਡਲ ਕੀ ਹੈ? ਇਹੀ ਗੁਜਰਾਤ ਮਾਡਲ ਆ ਕਿ ਪੋਲਰਾਈਜੇਸ਼ਨ ਕਰੋ, ਧਰੂਵੀਕਰਨ ਕਰੋ, ਮੈਜੋਰਿਟੀ ਮਾਈਨੋਰਿਟੀ ਦਾ ਘੱਟ ਗਿਣਤੀਆਂ ਨੂੰ ਟਾਰਗੇਟ ਕਰੋ, ਖਾਸ ਕਰਕੇ ਮੁਸਲਿਮ ਘੱਟ ਗਿਣਤੀ ਨੂੰ ਕਰੋ, ਔਰ ਫਿਰ ਕਹਿ ਦਿਓ ਕਿ ਜੈ ਸ਼੍ਰੀ ਰਾਮ। ਜੋ ਤੁਸੀਂ ਗੱਲ ਕਹਿ ਰਹੇ ਆ, ਪੱਛਮੀ ਬੰਗਾਲ ਦੇ ਵਿੱਚ ਪਿਛਲੀ ਵਾਰੀ ਅਸੀਂ ਕਲਕੱਤੇ ਗਏ ਸੀ, ਅਸੀਂ ਦੇਖਿਆ ਕਿ 4 ਵਜੇ 4:30 ਵਜੇ ਤੜਕੇ ਮਾਰਨਿੰਗ ਉੱਠ ਕੇ ਕਿਵੇਂ ਜੈ ਸ਼੍ਰੀ ਰਾਮ ਜਾਂ ਹੋਰ ਸਾਰੇ ਵੰਦੇ ਮਾਤਰਮ, ਭਾਰਤ ਮਾਤਾ ਦੀ ਜੈ ਦੇ, ਕਦੀ ਉਹਨਾਂ ਲੋਕੀ ਉਹ ਕਹਿੰਦੇ ਅਸੀਂ ਤਾਂ ਕਦੀ ਇਹ ਨਾਅਰੇ ਇੱਥੇ ਸੁਣੇ ਨਹੀਂ। ਸਾਡੇ ਤੇ ਕਾਲੀ ਮਾਤਾ ਹੈ, ਕਾਲੀ ਮਾਤਾ ਦੇ ਮੰਦਿਰ ਵੀ ਹੈ, ਅਸੀਂ ਉਹਦੀ ਪੂਜਾ ਵੀ ਕਰਦੇ ਹਾਂ, ਉਹ ਵੀ ਹਿੰਦੂ ਧਰਮ ਦਾ ਹੀ ਹਿੱਸਾ ਹੈਗਾ। ਪਰ ਜਿਸ ਢੰਗ ਦੇ ਨਾਲ ਕਮਿਊਨਲ ਪੋਲਿਟਿਕਸ, ਫਿਰਕਾ ਪ੍ਰਸਤ ਵਾਲੀ, ਓਪਨਲੀ ਨੰਗਾ ਨਾਚ ਨੱਚਣ ਵਾਲੀ, ਗੁੰਡਾਗਰਦੀ ਵਾਲੀ ਜਿਹੜੀ ਰਾਜਨੀਤੀ ਹੈ, ਉਹ ਅਸੀਂ ਕਦੀ ਕਲਕੱਤੇ ਦੀ ਧਰਤੀ ਤੇ ਜਾਂ ਪੱਛਮੀ ਬੰਗਾਲ ਦੀ ਧਰਤੀ ਤੇ ਨਹੀਂ ਸੀ ਦੇਖੀ, ਜਿਹੜੀ ਉੱਥੇ ਪਹੁੰਚਾਈ ਗਈ ਹੈ। 52 ਰੈਲੀਆਂ ਪ੍ਰਧਾਨ ਮੰਤਰੀ ਨੇ ਤੇ ਆਪਣੇ ਅਮਿਤ ਸ਼ਾਹ ਨੇ ਰਲ ਕੇ, 26 ਅਮਿਤ ਸ਼ਾਹ ਨੇ ਤੇ 25 ਜਿਹੜੀਆਂ ਆ ਉਹ ਪ੍ਰਧਾਨ ਮੰਤਰੀ ਨੇ ਕੀਤੀਆਂ ਸੀ। ਉਹ ਗੱਲ ਲੱਗ ਗਿਆ ਕਿ ਉੱਥੇ TMC ਨੂੰ ਰਾਊਟ ਨਹੀਂ ਕਰ ਸਕੇ, ਉਹਨਾਂ ਨੂੰ ਹਰਾ ਨਹੀਂ ਸਕੇ। ਇਹ ਤੇ ਬੜੀ ਚਿੰਤਾ ਵਾਲੀ ਗੱਲ ਆ ਕਿ ਤੁਸੀਂ ਮੈਜੋਰਿਟੀ 'ਚ ਹੁੰਦਿਆਂ ਹੋਇਆਂ ਵੀ ਇਨਸਿਕਿਉਰ ਮਹਿਸੂਸ ਕਰ ਰਹੇ। ਮੈਨੂੰ ਇਹ ਦੱਸੋ, ਹਿੰਦੂ ਰਾਸ਼ਟਰ ਦਾ ਮਤਲਬ, ਮੈਂ ਤਾਂ ਇੱਥੇ ਪੰਜਾਬ ਬਾਰੇ ਵੀ ਕਹਿਣਾ ਕਿ ਖਾਲਿਸਤਾਨ ਚਾਹੀਦਾ ਜੀ, ਸਿੱਖ ਰਾਜ ਚਾਹੀਦਾ। ਮੈਂ ਇਹ ਪੁੱਛਦਾ ਵੀ ਆਜ਼ਾਦ ਭਾਰਤ, ਖਾਸ ਕਰਕੇ ਜਦੋਂ 1966 ਤੋਂ ਬਾਅਦ ਜਦੋਂ ਪੰਜਾਬੀ ਸੂਬਾ ਬਣ ਗਿਆ, ਕੀ ਇਹਦੇ 'ਚ ਸਿੱਖ ਮੈਜੋਰਿਟੀ 'ਚ ਨਹੀਂ ਹੁੰਦੇ ਹਮੇਸ਼ਾ ਅਸੈਂਬਲੀ 'ਚ? ਕਿੰਨੇ ਹਿੰਦੂ ਮੈਨੂੰ ਦੱਸੋ, ਗਿਣ ਕੇ ਦੱਸੋ। ਆਪਾਂ ਨੇ ਦੇਖਿਆ ਵੀ ਸਿੱਖ ਮੈਜੋਰਿਟੀ ਸਟੇਟ ਹੈ ਤੇ ਸਿੱਖ ਹੀ ਜ਼ਿਆਦਾ ਅਸੈਂਬਲੀ 'ਚ ਵੀ ਹੋਣਗੇ ਨਾ, ਤੇ ਸਿੱਖ ਰਾਜ ਨਹੀਂ ਹੋਇਆ ਇਹ ਜੀ, ਖਾਲਸਾ ਰਾਜ ਹੀ ਹੈ। ਫਿਰ ਹੋਰ ਕਿੱਦਾਂ ਹੁੰਦਾ? ਡੈਮੋਕ੍ਰੇਸੀ ਦੇ ਵਿੱਚ ਤੁਸੀਂ ਸਿੱਧਾ ਇੱਕ ਅਲੱਗ ਸੰਵਿਧਾਨ ਤਾਂ ਨਹੀਂ ਨਾ ਲੈ ਕੇ ਆ ਜਾਓਗੇ। ਤੇ ਜੇ ਤੁਸੀਂ ਆਪ ਸਿੱਖਾਂ ਦਾ ਸਟੇਟ ਹੋਣ ਦੇ ਬਾਵਜੂਦ ਵੀ ਸਿੱਖਾਂ ਲਈ ਕੁਝ ਨਹੀਂ ਕਰ ਸਕੇ, ਤੇ ਬਾਕੀ ਸਾਰੀਆਂ ਬੇਈਮਾਨੀ ਹੈ, ਬਾਕੀ ਸਾਰੀਆਂ ਤੁਹਾਡੀਆਂ ਗੱਲਾਂ, ਜੇ ਕੱਲ੍ਹ ਨੂੰ ਖਾਲਸਾ ਰਾਜ ਵੀ ਆ ਜਾਊਗਾ ਜਿੱਥੇ ਤੁਹਾਡੀ ਕੋਈ ਵੀ ਜਵਾਬਦੇਹੀ ਨਹੀਂ ਹੋਊਗੀ, ਹੋ ਸਕਦਾ ਐਸ ਸਿੱਖ ਰਾਜ ਨਾਲੋਂ ਵੀ ਜ਼ਿਆਦਾ ਭਿਆਨਕ ਹੋਏ। ਇਸੇ ਤਰੀਕੇ ਨਾਲ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋ ਵੀ ਹਿੰਦੂ ਹੀ ਰਾਸ਼ਟਰ ਆ, ਇੱਥੇ ਕੋਈ ਉੱਥੇ ਮੁਸਲਮਾਨ ਰਾਜ ਕਰ ਰਹੇ ਆ। ਬਿਲਕੁਲ, ਮੈਨੂੰ ਦੱਸੋ ਸਿੱਖ ਰਾਜ ਕਰ ਰਿਹਾ ਦਿੱਲੀ ਦੇ ਵਿੱਚ? ਕੌਣ ਰਾਜ ਕਰ ਰਿਹਾ? ਭਾਵੇਂ ਉਹ ਕਾਂਗਰਸ ਆਉਂਦੀ ਆ, ਭਾਵੇਂ BJP ਆਉਂਦੀ ਆ, ਭਾਵੇਂ ਕੋਈ ਵੀ ਆਏ, ਇਹ ਹਿੰਦੂ ਹੀ ਤਾਂ ਰਾਜ ਕਰ ਰਹੇ ਆ। ਹੋਰ ਕਿਹੋ ਜਿਹਾ ਰਾਸ਼ਟਰ ਚਾਹੁੰਦੇ ਆ ਤੁਸੀਂ? ਜੇ ਇਹ ਗੱਲ ਚਾਹੁੰਦੇ ਆ ਕਿ ਅਸੀਂ ਸਿੱਧਾ ਮੰਦਿਰਾਂ ਤੋਂ ਰਾਜ ਕਰਨਾ, ਜੋ ਪਾਕਿਸਤਾਨ 'ਚ ਹੋ ਰਿਹਾ, ਕਿ ਸਿੱਧਾ ਮੌਲਵੀ ਫੈਸਲਾ ਕਰਨਗੇ ਤੇ ਯੂਨੀਫਾਰਮ ਸਿਵਲ ਕੋਡ ਵੀ ਉਹੋ ਜਿਹਾ ਹੀ ਆ ਜਾਊਗਾ, ਫਿਰ ਇਹ ਦੇਸ਼ ਆਜ਼ਾਦ ਤੇ ਭਾਵੇਂ ਸਾਰਿਆਂ ਨੇ ਸਾਂਝਿਆਂ ਨੇ ਰਲ ਕੇ ਕੀਤਾ, ਫਿਰ ਇਹ ਉਹਦੀ ਲੈਗੇਸੀ, ਉਹਦੀ ਹੈਰੀਟੇਜ ਜਿਹੜੀ ਆ, ਉਸ ਦੀ ਸਾਡੀ ਹੁਣ ਅੱਜ ਦੀ ਤਰੀਕ ਦੇ ਵਿੱਚ ਅਸੀਂ ਉਹ ਸਾਰਿਆਂ ਦਾ ਸਾਂਝਾ ਦੇਸ਼ ਤੇ ਨਹੀਂ ਮੰਨਿਆ ਜਾਊਗਾ। ਫਿਰ ਉਹ ਤੇ ਇੱਕ ਫਿਰਕਾ ਕਹੂਗਾ ਕਿ ਮੇਰਾ ਰੂਲ ਚੱਲੂਗਾ। ਜੇ ਤੁਸੀਂ ਕੰਫਰਟੇਬਲ ਮਹਿਸੂਸ ਕਰਦੇ ਆ ਤਾਂ ਠੀਕ ਆ, ਨਹੀਂ ਤੇ ਉਹ ਕਹਿ ਹੀ ਦਿੰਦੇ ਆ ਪਾਕਿਸਤਾਨ ਜਾਓ, ਜਿੱਥੇ ਮਰਜ਼ੀ ਜਾਓ, ਇਹ ਸਾਡਾ ਦੇਸ਼ ਆ, ਤੁਹਾਡੇ ਲਈ ਨਹੀਂ, ਇਹ ਹਿੰਦੂ ਰਾਸ਼ਟਰ ਹੈ। ਇਹ ਜੇ ਕਰਨਾ ਤਾਂ ਫਿਰ ਉਹ ਇੱਕ ਅਲੱਗ ਕਿਸਮ ਦਾ ਰਾਜ ਹੋਊਗਾ। ਜਿਸ ਪਾਸੇ ਬੜੀ ਦੇਰ ਦੀ ਤਵੱਕੋ ਰੱਖੀ ਜਾ ਰਹੀ ਆ, ਉਹਦੇ ਲਈ ਓਪਨਲੀ ਡਿਕਲੇਅਰ ਕੀਤਾ ਜਾ ਰਿਹਾ, ਓਪਨ ਮੁਸਲਮਾਨਾਂ ਦੇ ਵਿਰੁੱਧ ਇੰਨੇ ਮੁਸਲਮਾਨ ਮਾਰਨੇ ਚਾਹੀਦੇ, ਇਹ ਕਰਨਾ ਚਾਹੀਦਾ ਕਿਹਾ ਜਾ ਰਿਹਾ। ਕਦੀ ਕਿਸੇ ਨੂੰ ਪ੍ਰਧਾਨ ਮੰਤਰੀ ਜਾਂ ਹੋਮ ਮਿਨਿਸਟਰ ਦੰਡਿਤ ਤੇ ਕੀ ਕਰਨਾ, ਉਹਨਾਂ ਦੇ ਵਿਰੁੱਧ ਬਿਆਨ ਵੀ ਨਹੀਂ ਦਿੰਦੇ ਕਿ ਸ਼ਟ ਅਪ, ਇਹ ਗਲਤ ਗੱਲ ਆ, ਅਸੀਂ ਇਸ ਗੱਲ ਨੂੰ ਇੱਥੇ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ, ਇਹਨਾਂ ਤੇ ਲਾਓ UAPA ਜਾਂ NSA ਜਾਂ ਜਿਹੜਾ ਵੀ ਐਕਟ ਲਾਉਣਾ, ਇਹਨਾਂ ਨੂੰ ਇਹ ਦੇਸ਼ ਧਰੋਹੀ ਲੋਕ, ਇਹਨਾਂ ਨੂੰ ਜੇਲ੍ਹ ਦੇ ਅੰਦਰ ਦਿਓ, ਇਹ ਗੈਰ ਕਾਨੂੰਨੀ ਗੱਲਾਂ ਕਰਦੇ, ਕਦੀ ਨਹੀਂ ਦਿੰਦੇ। ਤੁਹਾਡੇ ਇੱਥੇ ਹਿੰਦੂ ਸੰਸਦ ਹੁੰਦੀਆਂ ਦੇਖਿਆ, ਪਾਰਲੀਮੈਂਟ ਹੁੰਦੀਆਂ, ਕਿਹੋ ਜਿਹੀਆਂ ਉੱਥੇ ਭਾਸ਼ਣ ਹੁੰਦੇ ਆ, ਕੀ ਉਹ ਕਹਿੰਦੇ ਆ, ਔਰ ਕਿਸ ਤਰੀਕੇ ਨਾਲ
ਉਹਨਾਂ ਨੂੰ ਲਗਾਤਾਰ ਖੁੱਲੀ ਛੁੱਟ ਦਿੱਤੀ ਹੋਈ ਹੈ ਕਿ ਜਿਹੋ ਜਿਹਾ ਮਰਜ਼ੀ ਬਾਬਾ ਬਗੇਸ਼ਵਰ ਬਿਲਕੁਲ ਕੀ ਗੱਲਾਂ ਕਰਦੇ ਫਿਰਦੇ ਬਿਲਕੁਲ ਜੀ। ਸਾਰੇ ਦੇਸ਼ ਵਿਦੇਸ਼ ਦੇ ਵਿੱਚ ਜਾ ਕੇ ਕਿ ਉੱਥੇ ਜਾ ਕੇ ਵੱਡੇ ਤੋਂ ਵੱਡੇ ਇਹਨਾਂ ਦੇ ਮੰਤਰੀ ਉਹ ਮੁੰਡਾ ਜਿਹਾ ਹੈਗਾ ਉਹਦੇ ਨਤਮਸਤਕ ਹੁੰਦੇ ਆ ਜਾ ਕੇ। ਇਸ ਲਈ ਇੱਕ ਸਿਸਟੇਮੈਟਿਕ ਢੰਗ ਦੇ ਨਾਲ ਦੇਸ਼ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਪੈਦਾ ਕੀਤਾ ਜਾ ਰਿਹਾ ਜਿਹਦੇ 'ਚ ਸਦੀਆਂ ਤੋਂ ਇਕੱਠੇ ਰਹਿੰਦੇ ਭੈਣ ਭਰਾ ਲੋਕ ਜਿਨ੍ਹਾਂ ਦਾ ਸੱਭਿਆਚਾਰ ਇੱਕ ਦੂਜੇ ਨਾਲ ਇੰਨਾ ਜੁੜਿਆ ਹੋਇਆ ਆਰਗੈਨਿਕਲੀ ਜੁੜਿਆ ਹੋਇਆ ਕਿ ਉਸ ਦੇ ਵਿੱਚ ਜ਼ਬਰਦਸਤੀ ਆਪਰੇਸ਼ਨ ਕਰਕੇ ਕੱਟ ਕੇ ਉਹਨਾਂ ਨੂੰ ਅਲੱਗ ਥਲੱਗ ਕਰਨਾ ਇਹ ਮਹਾਪਾਪ ਔਰ ਦੇਸ਼ ਨੂੰ ਵੰਡਣ ਵਾਲਾ ਪਾਪ ਔਰ ਇਸ ਦੇਸ਼ ਨੂੰ ਆਉਣ ਵਾਲੇ ਸਮੇਂ 'ਚ ਇਕੱਠੇ ਨਾ ਰਹਿੰਦਾ ਵੇਖਣ ਵਾਲਾ ਇੱਕ ਮਨਸ਼ਾ ਹੈਗੀ ਹੈ। ਮੈਨੂੰ ਲੱਗਦਾ ਕਿ ਜਿੰਨਾ ਛੇਤੀ ਇਹ ਲੋਕ ਸਮਝ ਜਾਣਗੇ ਉਹਨਾਂ ਆਪਾਂ ਛੇਤੀ ਇਸ ਦੇਸ਼ ਨੂੰ ਇੱਕ ਸ਼ਾਂਤਮਈ ਤਰੀਕੇ 'ਤੇ ਲਿਆ ਸਕਾਂਗੇ ਔਰ ਇੱਕ ਸਹਿਜ ਸਿਆਣਪ ਔਰ ਇੰਝ ਕਹਿ ਲਓ ਕਿ ਕਮਿਊਨਲ ਹਾਰਮਨੀ ਜਿਹਨੂੰ ਕਹਿੰਦੇ ਅਲੱਗ-ਅਲੱਗ ਇੱਕ ਰਿਸ਼ਤਾ ਬਣਾ ਕੇ ਅਲੱਗ-ਅਲੱਗ ਫਿਰਕਿਆਂ ਦਾ ਉਹਦੇ ਨਾਲ ਰਹਿਣਾ ਸਾਂਝੀਵਾਲਤਾ ਦੇ ਨਾਲ ਰਹਿਣਾ ਉਸ ਕਿਸਮ ਦਾ ਜਿਹੜਾ ਅਸੀਂ ਬਣਾ ਪਾਵਾਂਗੇ। ਪਰ ਅੱਜ ਦੀ ਤਰੀਕ ਦੇ ਵਿੱਚ ਸੱਤਾ ਦੇ ਭੋਖੜੇ ਨੇ, ਸੱਤਾ ਦੇ ਲਾਲਚ ਨੇ ਸਭ ਕੁਝ ਨੂੰ ਸਿੱਕੇ ਟੰਗ ਕੇ ਇੱਕੋ ਇੱਕ ਮਨਸਾ ਰੱਖਿਆ ਕਿ ਲੋਕਾਂ ਨੂੰ ਲਾਂਬੂ ਲੱਗ ਜਾਣ, ਲੋਕ ਆਪਸ ਵਿੱਚ ਮਰ ਜਾਣ, ਖੂਨ ਦੀਆਂ ਨਦੀਆਂ ਵਹਿ ਜਾਣ। ਪਰ ਸੱਤਾ ਆਉਣੀ ਚਾਹੀਦੀ ਹੈ ਜਿਹੜਾ ਕਿ ਬਹੁਤ ਹੀ ਇੱਕ ਖਤਰਨਾਕ ਟ੍ਰੈਂਡ ਨਜ਼ਰ ਆ ਰਿਹਾ। ਪ੍ਰੋਫੈਸਰ ਸਾਹਿਬ ਜਦੋਂ ਇਹ ਸਰਕਾਰ ਆਈ ਸੀ ਵੈਸੇ ਤਾਂ ਸਾਰਿਆਂ ਨੇ ਜਿਹੜੇ ਵੀ ਐਮਪੀਜ਼ ਨੇ ਜਾਂ ਐਮਐਲਏਜ਼ ਨੇ ਮੰਤਰੀ ਨੇ ਪੀਐਮ ਸਾਹਿਬ ਖੁਦ ਹੈਗੇ ਨੇ ਉਹਨਾਂ ਨੇ ਸੰਵਿਧਾਨ ਦੀ ਸਹੁੰ ਚੁੱਕੀ ਸੀ ਕਿ ਜਿਹੜਾ ਇਹਦੇ ਅਸੀਂ ਜਿਹੜੀ ਧਰਮ ਦੇ ਪੱਖ ਵਾਲੀ ਜਿਹੜੀ ਆ ਉਹਦੀ ਆਈਡੀਓਲੋਜੀ ਨੂੰ ਮੰਨਾਂਗੇ। ਇਹਦਾ ਪ੍ਰੈਂਬਲ ਕਹਿ ਰਿਹਾ ਜਿਹੜਾ ਇੱਕ ਦੇਸ਼ ਆ ਉਹਦਾ ਆਪਣਾ ਕੋਈ ਧਰਮ ਨਹੀਂ ਹੋਵੇਗਾ। ਦੂਜੇ ਪਾਸੇ ਜਿਹੜਾ ਪੈਰਲਰ ਜਿਵੇਂ ਇਹਨਾਂ ਦਾ ਇੱਕ ਚੱਲ ਰਿਹਾ ਸੀ ਜਿਹੜੀ ਇਹਨਾਂ ਦੀ ਮੋਬਿਲਾਈਜੇਸ਼ਨ ਚੱਲ ਰਹੀ ਸੀ, ਪੋਲਰਾਈਜੇਸ਼ਨ ਚੱਲ ਰਹੀ ਸੀ। ਸਾਧਵੀ ਪ੍ਰਗਿਆ ਇੱਕ ਐਮਪੀ ਸੀ ਉਹਨੇ ਕਿਹਾ ਸੀ ਕਿ ਕਿੰਨੇ ਸੌ ਸਾਲਾਂ ਬਾਅਦ ਸਾਡਾ ਜਿਹੜਾ ਰਾਜ ਆ ਹਿੰਦੂ ਰਾਜ ਆਇਆ। ਪ੍ਰੋਫੈਸਰ ਸਾਹਿਬ ਜਿਹੜੀ ਸੰਵਿਧਾਨ ਆ ਇੱਕ ਪਾਸੇ ਇਹ ਜ਼ਿਆਦਾਤਰ ਕੀ ਕਰਦੇ ਨੇ ਬਾਬਾ ਸਾਹਿਬ ਅੰਬੇਡਕਰ ਦਾ ਨਾਮ ਲੈ ਕੇ ਜਦੋਂ ਇਹਨਾਂ ਨੂੰ ਜ਼ਰੂਰਤ ਹੁੰਦਾ ਅੰਬੇਡਕਰ ਨੂੰ ਇਹ ਐਜ਼ ਏ ਰਾਸ਼ਟਰਵਾਦ ਲਈ ਯੂਜ਼ ਕਰ ਲੈਂਦੇ ਨੇ। ਜਿੱਥੇ ਜਿੱਥੇ ਬਾਬਾ ਸਾਹਿਬ ਅੰਬੇਡਕਰ ਗੱਲ ਕਰਦੇ ਨੇ ਉਹ ਜਿਹੜਾ ਰੀਡਲਸ ਇਨ ਹਿੰਦੂਇਜ਼ਮ ਲਿਖਿਆ ਹੋਇਆ ਜਾਂ ਜਿੱਥੇ ਜਿੱਥੇ ਗੱਲ ਕਰਦੇ ਨੇ ਕਿ ਉਹਨਾਂ ਨੇ ਇੱਕ ਆਪਣੇ ਲੈਕਚਰ 'ਚ ਵੀ ਕਿਹਾ ਸੀ ਕਿ ਜਿਹੜਾ ਹਿੰਦੂ ਰਾਸ਼ਟਰ ਅਗਰ ਹੋਵੇਗਾ ਤਾਂ ਦੇਸ਼ ਲਈ ਬਹੁਤ ਖਤਰਨਾਕ ਹੋਵੇਗਾ। ਇਹ ਉਹਦੇ 'ਤੇ ਤਾਂ ਗੱਲ ਕਰਦੇ ਨਹੀਂ। ਜਦੋਂ ਜਿੱਥੇ ਬਾਬਾ ਸਾਹਿਬ ਨੇ ਕਿਹਾ ਮੈਂ ਪਹਿਲਾਂ ਅਤੇ ਲਾਸਟਲੀ ਫਸਟਲੀ ਐਂਡ ਲਾਸਟਲੀ ਇੰਡੀਅਨ ਉੱਥੇ ਇਹ ਗੱਲ ਕਰਦੇ ਨੇ 370 ਦੀ ਗੱਲ ਹੁੰਦੀ ਹੈ ਫਿਰ ਅੰਬੇਡਕਰ ਨੂੰ ਕੋਟ ਕਰਦੇ ਨੇ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਸੰਵਿਧਾਨ ਦੇ ਨਾਲ ਇਹ ਜਿੱਥੇ ਇਹਨੂੰ ਲੱਗਦਾ ਉੱਥੇ ਯੂਜ਼ ਕਰ ਲੈਂਦੇ ਨੇ, ਜਿੱਥੇ ਇਹਨੂੰ ਨਹੀਂ ਲੱਗਦਾ ਸੰਵਿਧਾਨ ਨੂੰ ਤੇ ਡਾਕਟਰ ਅੰਬੇਡਕਰ ਨੂੰ ਜਿਵੇਂ ਉਹਨਾਂ ਦੀ ਵਿਚਾਰਧਾਰਾ ਨੂੰ ਜਾਂ ਤਾਂ ਇਹ ਦਲਿਤਾਂ ਨੂੰ ਮੋਬਿਲਾਈਜੇਸ਼ਨ ਕਰਨ ਦੇ ਲਈ ਯੂਜ਼ ਕਰਦੇ ਨੇ ਜਾਂ ਫਿਰ ਦਲਿਤਾਂ ਨੂੰ ਮੁਸਲਮਾਨਾਂ ਦੇ ਖਿਲਾਫ ਯੂਜ਼ ਕਰਨ ਲਈ ਜਿਹੜਾ ਉਹਨਾਂ ਨੂੰ ਉਹਨਾਂ ਦੇ ਖਿਲਾਫ ਭੜਕਾਉਣ ਦੇ ਲਈ ਯੂਜ਼ ਕਰਦੇ ਨੇ। ਪ੍ਰੋਫੈਸਰ ਸਾਹਿਬ ਸੰਵਿਧਾਨ ਦਾ ਜਿਹੜਾ ਇਸ ਟਾਈਮ ਰੋਲ ਆ ਕਿੰਨਾ ਕੁ ਰੋਲ ਲੈ ਗਿਆ? ਕੀ ਲੱਗਦਾ ਸਰਕਾਰ ਨੇ ਸੰਵਿਧਾਨ ਦਾ ਘਾਣ ਨਹੀਂ ਕਰ ਦਿੱਤਾ? ਦੇਖੋ ਸੰਵਿਧਾਨ ਨੂੰ ਤੇ ਵੈਸੇ ਹੀ ਹਮੇਸ਼ਾ ਹੀ ਬਿਲਕੁਲ ਰਿਚੁਅਲਿਸਟਿਕਲੀ ਹੀ ਯੂਜ਼ ਕੀਤਾ ਗਿਆ ਆ ਵੀ ਇੱਕ ਬਾਤ ਕਿਉਂਕਿ ਉਹਦੇ ਬਗੈਰ ਸਹੁੰ ਨਹੀਂ ਚੁੱਕੀ ਜਾ ਸਕਦੀ, ਉਹਦੇ 'ਤੇ ਹੱਥ ਰੱਖਣਾ ਜ਼ਰੂਰੀ ਹੈ ਤੇ ਸਹੁੰ ਚੁੱਕਣੀ ਜ਼ਰੂਰੀ ਹੈ। ਉਦੋਂ ਬਾਅਦ ਉਹਨਾਂ ਨੂੰ ਐਨ ਪੋਥੀ 'ਚ ਬੰਨ੍ਹ ਕੇ ਤੇ ਕਿਤੇ ਨਾ ਕਿਤੇ ਰੱਖਤਾ ਜਾਂਦਾ, ਫਿਰ ਆਪਣੀ ਜੋ ਵੀ ਮਨਮਾਈਆਂ ਮਨ ਚਲੀਆਂ ਉਹ ਸਾਰੀਆਂ ਹੁੰਦੀਆਂ। ਇਹ ਬਿਲਕੁਲ ਉਸੇ ਤਰ੍ਹਾਂ ਹੀ ਆ ਕਿ ਜਿਹੜੇ ਸਾਡੇ ਧਰਮ ਗ੍ਰੰਥ ਆ ਉਹਨਾਂ ਦਾ ਅਸੀਂ ਪਾਠ ਪੂਜਾ ਵੀ ਕਰਦੇ ਹਾਂ, ਸਾਰਾ ਕੁਝ ਲੋਕਾਂ ਨੂੰ ਸੁਣਾਉਂਦੇ ਵੀ ਹਾਂ, ਪ੍ਰਚਾਰ ਵੀ ਕਰਦੇ ਹਾਂ, ਉਹਨਾਂ 'ਚ ਆਸਥਾ ਵੀ ਰੱਖਦੇ ਹਾਂ, ਪਰ ਜੋ ਉਹਨਾਂ 'ਚ ਲਿਖਿਆ ਹੋਇਆ ਉਹਦੇ 'ਤੇ ਅਸੀਂ 5% ਵੀ ਚੱਲਣ ਲਈ ਤਿਆਰ ਨਹੀਂ ਜੀ। ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ। ਅਤੇ ਜੇ ਲੋਕਾਂ ਨੂੰ ਹੁਣ ਰਾਹਤ ਕਿਤੇ ਉਹਨਾਂ ਸੰਵਿਧਾਨ 'ਚ ਉਹਨਾਂ ਧਰਮ 'ਚੋਂ ਮਿਲਣੀ ਨਹੀਂ ਜਿਹੜੀ ਅਸਲੀਅਤ ਹੈ ਧਰਮਾਂ ਦੀ ਵੀ, ਅਤੇ ਉਸ ਨੂੰ ਇਹਨਾਂ ਚੀਜ਼ਾਂ ਨੂੰ ਤੁਸੀਂ ਇੱਕ ਰਾਜਨੀਤਿਕ ਸੱਤਾ ਦਾ ਹਵਸ ਪੂਰਾ ਕਰਨ ਲਈ ਟੂਲ ਦੇ ਤੌਰ 'ਤੇ ਇੱਕ ਸਾਧਨ ਦੇ ਤੌਰ 'ਤੇ ਇਸਤੇਮਾਲ ਕਰਨਾ ਤਾਂ ਫਿਰ ਹਾਲਾਤ ਤੇ ਉਹੋ ਹੀ ਬਣਨਗੇ ਜੋ ਅੱਜ ਬਣਦੇ ਜਾ ਰਹੇ ਆ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਸੋਚ ਰਹੇ ਹਾਂ ਕਿ ਹੋਰ ਵੀ ਭਿਆਨਕ ਹੋਣਗੇ। ਮੈਂ ਇੱਕ ਗੱਲ ਦਾ ਮੇਰਾ ਜਿਹੜੀ ਨਾ ਸਲਾਹ ਆ ਸਾਡੇ ਵਿਊਅਰਸ ਨੂੰ ਵੀ, ਹਾਲਾਂਕਿ ਚਲੋ ਚੰਗਾ ਤਾਂ ਨਹੀਂ ਲੱਗਦਾ, ਪਰ ਜੋ ਮੈਂ ਅਨੁਭਵ ਕਰਦਾ ਕਿਉਂਕਿ ਮੈਂ ਸਮਾਜ ਸ਼ਾਸਤਰੀ ਹਾਂ, ਜਿੰਨਾ ਕੁ ਥੋੜ੍ਹਾ ਬਹੁਤ ਪੜ੍ਹਿਆ 50-60 ਸਾਲ ਹੋ ਗਏ ਆ ਲਗਾਤਾਰ ਇੱਕ ਖਾਸ ਕਿਸਮ ਦੇ ਐਕਟੀਵਿਜ਼ਮ ਦੇ ਵਿੱਚ ਵੀ ਰਹੇ ਹਾਂ, ਲਗਾਤਾਰ ਸਾਰੀ ਉਮਰ ਮਜ਼ਦੂਰਾਂ 'ਤੇ ਲਿਖਿਆ ਪੜ੍ਹਿਆ, ਦਲਿਤਾਂ 'ਤੇ ਲਿਖਿਆ ਪੜ੍ਹਿਆ, ਅਤੇ ਮੈਂ ਉਸ ਦੇ ਅਨੁਭਵ 'ਚੋਂ ਇਹ ਕਰਦਾ ਕਿ ਜੇ ਸੱਚੀ ਮੁੱਚੀ ਹਿੰਦੂ ਰਾਸ਼ਟਰ ਜਿਸ ਕਿਸਮ ਨਾਲ ਮਨੂਵਾਦ ਦੀ ਸੋਚ ਦੇ ਮੁਤਾਬਕ ਇੱਥੇ ਐਸਟੈਬਲਿਸ਼ ਹੁੰਦਾ ਅਤੇ ਸਭ ਤੋਂ ਵੱਧ ਉਸ ਦੇ ਜਿਹੜੇ ਸਫਰਰ ਹੋਣਗੇ, ਜਿਹੜੇ ਵਿਕਟਮ ਹੋਣਗੇ, ਪੀੜਤ ਹੋਣਗੇ, ਉਹ ਦਲਿਤ ਹੋਣਗੇ ਜੀ।
ਨੰਬਰ 2 ਤੇ ਔਰਤਾਂ ਹੋਣਗੀਆਂ, ਨੰਬਰ 3 ਤੇ ਬਾਕੀ ਘੱਟ ਗਿਣਤੀਆਂ ਧਰਮਾਂ ਵਾਲੇ ਜਾਂ ਤੁਸੀਂ ਲਾ ਲਓ ਆਦੀਵਾਸੀ ਹੋਣਗੇ। ਹੁਣ ਦੇਖਣ ਵਾਲਾ ਸਵਾਲ ਇਹ ਹੈ ਕਿ ਇਹ ਸਾਰੀ ਜਿਹੜੀ ਥੱਲੇ ਵਾਲੀ ਧਰਾਤਲ ਨਾਲ ਜੁੜੀ ਵਰਕਿੰਗ ਕਲਾਸ ਆ, ਭਾਵੇਂ ਉਹ ਦਲਿਤ ਆ, ਭਾਵੇਂ ਔਰਤਾਂ ਜਿਹੜੀਆਂ ਦਿਨ ਰਾਤ ਘਰਾਂ 'ਚ ਕੰਮ ਕਰਨ ਜਾਂ ਖੇਤਾਂ 'ਚ ਕੰਮ ਕਰਨ ਜਾਂ ਹੋਰ ਘੱਟ ਗਿਣਤੀਆਂ, ਉਹ ਅਸਲ 'ਚ ਉਹ ਇੱਕੋ ਹੀ ਕੁਣਬਾ ਆ। ਇਹ ਜੇ ਅਸੀਂ ਦੇਖਣ 'ਚ ਕਾਮਯਾਬ ਹੋ ਜਾਈਏ ਤਾਂ ਅਸੀਂ ਬਹੁਤ ਵੱਡਾ ਰਾਜਨੀਤਿਕ ਤੇ ਸਮਾਜਿਕ ਆਧਾਰ, ਇੱਕ ਨਵੀਂ ਕਿਸਮ ਦੀ ਸੋਚ ਤੇ ਨਵੀਂ ਕਿਸਮ ਦੀ ਰਾਜਨੀਤੀ ਲਈ ਅਪਰੋਚ ਨੂੰ ਅੱਗੇ ਤੋਰ ਸਕਦੇ ਹਾਂ। ਕੀ ਹੈ ਦਲਿਤ ਤੇ ਦਲਿਤ ਹੀ ਹੈ, ਉਹਦੇ 'ਚ ਆਦੀਵਾਸੀ ਨੂੰ ਜੋੜ ਲਓ, 25-30% ਜਾਣੀ ਇਹ ਲੋਕ ਕੁੱਲ ਮਿਲਾ ਕੇ 25% ਬਣਦੇ ਆ ਘੱਟੋ ਘੱਟ ਦੇਸ਼ ਦੇ ਵਿੱਚ। ਫਿਰ ਤੁਸੀਂ ਤਕਰੀਬਨ 13-14% ਮੁਸਲਮਾਨ ਆ, ਹੋਰ ਘੱਟ ਗਿਣਤੀਆਂ ਲਾ ਲਓ ਜਾਣੀ 15-16% ਇੰਜ ਲਾ ਲਓ, ਤੇ ਜਿਹਦੇ ਵਿੱਚ ਇਹ ਆ ਕਿ 25-30 ਕਰੋੜ 30 ਕਰੋੜ ਲੋਕ, 20 ਕਰੋੜ ਤੇ ਮੁਸਲਿਮ ਹੀ ਮੁਸਲਿਮ ਆ, 25-30 ਕਰੋੜ ਲੋਕ ਸਾਡੇ ਦੇਸ਼ 'ਚ ਹੋ ਰਿਹਾ ਜਿਹੜੇ ਹਿੰਦੂਇਜ਼ਮ ਦੀ, ਮੈਂ ਉਹ ਨਹੀਂ ਕਹਿ ਰਿਹਾ ਜਿਹੜੀ ਕਿ ਆਮ ਹਿੰਦੂ ਦੀ ਨਹੀਂ ਮੈਂ ਗੱਲ ਕਰ ਰਿਹਾ, ਉਸ ਸੋਚ ਦੀ ਜਿੱਥੇ ਦਲਿਤਾਂ ਨੂੰ ਨਫ਼ਰਤ ਸਿਖਾਈ ਗਈ, ਦਲਿਤਾਂ ਨੂੰ ਇੱਕ ਆਮ ਇਨਸਾਨ ਤੋਂ ਬਹੁਤ ਨੀਵੇਂ ਦਿਖਾਇਆ ਗਿਆ, ਉਸ ਕਿਸਮ ਦੀ ਸੋਚ ਨੂੰ ਮੈਂ ਕਹਿੰਦਾ ਕਿ ਉਹ ਹਿੰਦੂਇਜ਼ਮ ਜਾਂ ਉਸ ਬ੍ਰਾਹਮਣਵਾਦੀ ਸੋਚ ਨੂੰ ਮੈਂ ਇਹ ਗੱਲ ਕਰ ਰਿਹਾ, ਜਿਹੜੇ ਕਿ ਅੱਜ ਵੀ ਉਹਨਾਂ ਨੂੰ ਮੰਦਿਰਾਂ 'ਚ ਘੁਸਣ ਦੀ ਇਜਾਜ਼ਤ ਜਾਂ ਉਹਨਾਂ ਨੂੰ ਉੱਥੇ ਦਰਸ਼ਨ ਕਰਨ ਦੀ, ਚਾਰੋਂ ਵਰਨਾਂ ਨੂੰ, ਜਦ ਕਿ ਉਹਨਾਂ ਨੂੰ ਜਦੋਂ ਸੈਂਸਸ ਹੁੰਦਾ ਤੇ ਉਹਦੇ ਵਿੱਚ ਉਹਨਾਂ ਨੂੰ ਮੰਨਿਆ ਹੀ ਜਾਂਦਾ ਕਿ ਹਿੰਦੂਆਂ ਦਾ ਹਿੱਸਾ, ਜਦ ਕਿ ਉਹਨਾਂ ਨੂੰ ਉੱਥੇ ਆਪਣੇ ਹੀ ਮੰਦਿਰਾਂ ਦੇ ਵਿੱਚ ਇੱਕ ਕਿਸਮ ਦੀ ਜਿਹੜੀ ਆਪਣੀ ਪੂਜਾ ਕਰਨੀ ਜਾਂ ਨਤਮਸਤਕ ਹੋਣਾ ਉਹਦੀ ਇਜਾਜ਼ਤ ਨਹੀਂ। ਭਾਵੇਂ ਉਹ ਸਿੱਖ ਹੈ, ਸਿੱਖ ਤੇ ਜਾਂ ਸ਼ੂਦਰਾਂ ਦੇ ਵਿੱਚੋਂ ਆਉਂਦੇ ਆ ਕਿਉਂਕਿ ਉਹ ਮਿੱਟੀ ਨਾਲ ਘੁਲਦੇ ਆ, ਜੱਟ ਜਾਂ ਹੋਰ ਸਾਰੇ ਆ, ਜਾਂ ਉਹ ਦੂਸਰੇ ਜਿਨ੍ਹਾਂ ਨੂੰ ਇਹ ਫਿਫਥ ਵਰਨਾ ਕਹਿੰਦੇ ਉਹਨਾਂ 'ਚੋਂ ਜ਼ਿਆਦਾ ਤੌਰ 'ਤੇ ਆਉਂਦੇ ਆ, ਭਾਵੇਂ ਉਹ ਮੁਸਲਮਾਨ ਹੈਗੇ, ਉਹ ਵੀ ਬਹੁਤ ਸਾਰੇ ਦਲਿਤਾਂ 'ਚੋਂ ਕਨਵਰਟ ਹੈਗੇ, ਕ੍ਰਿਸਚੀਅਨ ਬਹੁਤ ਵੱਡੀ ਗਿਣਤੀ 'ਚ ਦਲਿਤਾਂ 'ਚੋਂ ਕਨਵਰਟ ਹੈਗੇ। ਇਹ ਕੁੱਲ ਮਿਲਾ ਕੇ 50-60% ਤੇ ਸਿੱਧੇ ਬੰਦੇ ਬਣਦੇ ਆ ਜੀ, ਜਿਨ੍ਹਾਂ ਨੂੰ ਇਹਨਾਂ ਨੇ ਕਦੀ ਵੀ ਮਾੜਾ ਮੋਟਾ ਵੀ ਇੱਜ਼ਤ ਮਾਣ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਉਹ ਜ਼ਰੂਰ ਦਿੱਤੀ ਆ, ਉਹ ਵੀ ਇਹਨਾਂ ਨੇ ਨਹੀਂ, ਉਹ ਤੇ ਇੱਕ ਕਿਸਮ ਦੀ ਲੜਾਈ ਦੇ ਹਿੱਸੇ ਵਿੱਚੋਂ ਭੀਮ ਰਾਓ ਅੰਬੇਦਕਰ ਸਾਹਿਬ ਨੇ ਉਦੋਂ ਆਪਣੇ ਬਲਬੂਤੇ ਜਾਂ ਹੋਰਨਾਂ ਨੂੰ ਮੋਬਿਲਾਈਜ਼ ਕਰਕੇ ਲੈ ਲਈ। ਉਹਦੇ ਵਿੱਚ ਅੰਗਰੇਜ਼ਾਂ ਦਾ ਵੀ ਕੋਈ ਇੱਕ ਕਿਸਮ ਦਾ ਕੋਈ ਵਿਰੋਧਤਾ ਨਹੀਂ ਸੀ ਜੇ ਇਸ ਤਰ੍ਹਾਂ ਹੁੰਦਾ, ਕਿਉਂਕਿ ਉਹਨਾਂ ਦੇ ਕ੍ਰਿਸਚੀਅਨ ਭਾਈਚਾਰਾ ਵੀ ਇਸੇ ਸਮੁਦਾਇ 'ਚੋਂ ਆਉਂਦਾ ਸੀ, ਇਸ ਲਈ ਉਹਨਾਂ ਨੇ ਵੀ ਕੋਈ ਵਿਰੋਧਤਾ ਇਸ ਗੱਲ ਦੀ ਨਹੀਂ ਕੀਤੀ ਕਿ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ। ਤਾਂ ਇਸ ਲਈ ਇਹ ਜੇ ਸਾਰੇ ਇਕੱਠੇ ਸਮਝਣਗੇ ਸਾਡੀ ਰੂਟ ਇੱਕ ਆ, ਨਾ ਸਾਡੇ ਅਲੱਗ-ਅਲੱਗ ਹੈ। ਮੁਸਲਮਾਨ ਬਹੁਤੇ ਦਲਿਤ ਹੈ, ਕ੍ਰਿਸਚੀਅਨ ਬਹੁਤੇ ਦਲਿਤ ਆ, ਸਿੱਖਾਂ ਦੇ ਵਿੱਚ ਵੀ ਵੱਡੀ ਗਿਣਤੀ ਦਲਿਤ ਆ, ਔਰ ਜਾਂ ਜਿਹੜੇ ਜਿਨ੍ਹਾਂ ਨੂੰ ਇਹ ਸ਼ੂਦਰਾ ਮੰਨਦੇ ਆ, ਬਰਾਬਰ ਦਾ ਨਾ ਛਤਰੀਆ ਮੰਨਦੇ ਆ, ਨਾ ਅਸੀਂ ਆਪਣੇ ਆਪ ਨੂੰ ਛਤਰੀਆ ਕਹੀਏ, ਉਹ ਗੱਲ ਅਲੱਗ ਆ, ਪਰ ਉਹ ਉਹਨਾਂ ਦੇ ਰਿਚੁਅਲ ਮੁਤਾਬਕ ਤੁਸੀਂ ਸ਼ੂਦਰਾ ਹੀ ਆ, ਚੌਥਾ ਵਰਨਾ ਹੁੰਦੇ। ਤਾਂ ਫਿਰ ਜੇ ਅਸੀਂ ਸਾਰੇ ਟਾਰਗੇਟ 'ਤੇ ਹਾਂ ਤੇ ਅਸੀਂ ਕਿਸ ਦਿਨ ਸੋਚਣ ਲੱਗਾਂਗੇ ਕਿ ਸਾਨੂੰ ਇਕੱਠੇ ਹੋ ਕੇ ਅਸੀਂ ਮੈਜੋਰਿਟੀ ਆ, ਵੱਡੀ ਮੈਜੋਰਿਟੀ ਆ ਇਸ ਦੇਸ਼ ਦੇ ਵਿੱਚ, ਆਪਣੇ ਹੱਥ ਵੋਟਾਂ ਰਾਹੀਂ ਉਸ ਗੱਲ ਦਾ ਸੱਤਾ ਦਾ ਪਲਟਾ ਜਿਹਨੂੰ ਕਹੋਗੇ ਕਿ ਪੀਸਫੁਲ ਰੈਵੋਲੂਸ਼ਨ ਕਿਉਂ ਨਹੀਂ ਕਰ ਪਾਉਂਦੇ, ਇਸ ਪਾਸੇ ਜਰਾ ਸੋਚਣ ਦੀ ਅੱਜ ਦੀ ਘੜੀ ਦੇ ਵਿੱਚ ਬਹੁਤ ਸਖਤ ਜ਼ਰੂਰਤ ਹੈ ਜੀ। ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਜਿਵੇਂ ਆਪਾਂ ਦੇਖਿਆ ਕਿ ਜਿਹੜੀ ਇਹ ਸਾਰੇ ਕਾਸਾ ਜੋ ਵੀ ਵਰਤਾਰਾ ਹੋ ਰਿਹਾ, ਜੋ ਸਰਕਾਰਾਂ ਚਲਾ ਰਹੀਆਂ ਨੇ, ਉਹਦੇ ਵਿੱਚ ਆਪਾਂ ਕਿਤੇ ਨਾ ਕਿਤੇ ਦੇਖੀਏ ਕਿ ਜਿਹੜੀ ਹਿੰਦੂ ਰਾਸ਼ਟਰ ਦੇ ਨਾਮ ਦੇ ਉੱਤੇ ਰਾਜਨੀਤੀ ਹੋ ਰਹੀ ਆ, ਉਹਦੇ ਵਿੱਚ ਹਿੰਦੂ ਵੀ ਕਿਤੇ ਨਾ ਕਿਤੇ ਵਿਕਟਮ ਬਣਾਏ ਜਾ ਰਹੇ ਨੇ। ਜਿਹੜੇ ਆਮ ਹਿੰਦੂ ਨੇ, ਚਾਹੇ ਉਹ ਦਲਿਤਾਂ ਨਾਲ ਸੰਬੰਧ ਰੱਖਦੇ ਨੇ ਜਾਂ ਫਿਰ ਹੋਰ ਜਿਹੜੇ ਗਰੀਬੀ ਦਾਅਵੇ ਦੇ ਵਿੱਚ ਗਰੀਬੀ ਜਿਹੜੀਆਂ ਜਮਾਤਾਂ 'ਚ ਆਉਂਦੇ ਨੇ। ਅੱਜ ਦੀ ਚਰਚਾ ਇਹ ਇੱਥੇ ਸਮਾਪਤ ਹੁੰਦੀ ਆ। ਅਗਲੇ ਐਪੀਸੋਡ ਦੇ ਵਿੱਚ ਕੋਈ ਨਵੀਂ ਚਰਚਾ ਲੈ ਕੇ ਆਵਾਂਗੇ। ਜਦ ਤੱਕ ਬਣੇ ਰਹਿਣ ਲਈ ਧੰਨਵਾਦ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।